ਸਿੱਖ ਸੰਸਾਰ ਸੰਸਥਾ। ਲੇਖਕ ਜਸਵੰਤ ਸਿੰਘ ਕੰਵਲ। ਤੁਸੀਂ ਮੰਨੋ ਭਾਵੇਂ ਨਾ ਮੰਨੋ, ਪਰ ਬ੍ਰਾਹਮਣਵਾਦ ਦਾ ਖੁੰਡਾ ਛੁਰਾ ਸਦੀਆਂ ਪੁਰਾਣਾ ਜੰਗ ਲਾ ਕੇ ਮੁੜ ਤੇਜ਼ ਧਾਰ ਲਿਸ਼ਕ ਪਿਆ ਹੈ। ਇਹਦੀਆਂ ਫਿਰਕੂ ਜਥੇਬੰਦੀਆਂ RSS, ਸ਼ਿਵ ਸੈਨਾ, ਹਨੂਮਾਨ ਸੈਨਾ, ਹਿੰਦੂ ਪ੍ਰੀਸ਼ਦ, ਰਣਬੀਰ ਸੈਨਾ, ਹਿੰਦੂ ਮਹਾਸਭਾ ਤੇ ਬ੍ਰਾਹਮਣ ਸਭਾ ਆਦਿ ਛੁਰੇ ਦੀ ਧਾਰ ਤਿੱਖੀ ਹੀ ਨਹੀਂ ਕਰ ਰਹੀਆਂ, ਸਗੋਂ ਘੱਟ ਗਿਣਤੀਆਂ ਵਿਰੁੱਧ ਅਮਲੀ ਤੌਰ ਤੇ ਵਰਤੋਂ ਵਿੱਚ ਲਿਆ ਰਹੀਆਂ ਹਨ। ਇਸ ਅਮਲ ਨੂੰ ਸਾਰੇ ਜਹਾਨ ਨੇ ਹੈਰਾਨ ਅੱਖਾਂ ਨਾਲ ਵੇਖਿਆ ਹੈ। ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਅਕਾਲ ਤਖਤ ਟੈਂਕਾਂ ਤੋਪਾਂ ਨਾਲ ਢਾਇਆ ਤੇ ਬੇਗੁਨਾਹ ਸਿੱਖ ਯਾਤਰੀਆਂ ਦੀਆਂ ਲਾਸ਼ਾਂ ਵਿਛਾ ਛੱਡੀਆਂ। ਬਾਬਰੀ ਮਸਜਿਦ ਨੰਗੇ ਧੜ ਐਲਾਨ ਕਰਕੇ ਢਾਹੀ। ਕਾਂਗਰਸ ਸਰਕਾਰ ਦੇ ਆਗੂ ਮੂੰਹ ਵਿੱਚ ਘੁੰਗਣੀਆਂ ਪਾ ਕੇ ਤਮਾਸ਼ਾ ਦੇਖਦੇ ਰਹੇ। ਈਸਾਈਆਂ ਦੇ ਗਿਰਜਿਆਂ ਉੱਤੇ ਹਮਲੇ ਚਾੜੇ ਗਏ ਤੇ ਮਿਸ਼ਨਰੀ ਗੱਡੀਆਂ ਵਿੱਚ ਜਿਉਂਦੇ ਸਾੜੇ ਗਏ। ਦਲਿਤ ਭਰਾਵਾਂ ਦਾ ਤਾਂ ਵਾਹਿਗੁਰੂ ਹੀ ਰਾਖਾ ਹੈ। ਜਦੋਂ ਚਾਹੁਣ ਉੱਠ ਕੇ ਵੱਢਣ ਲੱਗ ਪੈਂਦੇ ਹਨ। ਕੇਸਾਂ ਦੇ ਫੈਸਲੇ ਸਾਲਾਂ ਬੱਧੀ ਅੱਗੇ ਹੀ ਅੱਗੇ ਤਰੀਕਾਂ ਪੈਂਦੀਆਂ ਜਾਂਦੀਆਂ ਹਨ। ਹੰਕਾਰੀਆਂ ਹਿੰਦੂ ਪ੍ਰੀਸ਼ਦਾਂ ਐਲਾਨੀਆਂ ਕਾਨੂੰਨ ਤੋਂ ਨਾਬਰ ਜੱਜਾਂ ਤੋਂ ਮਨਮਰਜ਼ੀ ਦੇ ਫੈਸਲੇ ਮੰਗਦੀਆਂ ਹਨ। ਸਰਕਾਰ ਦਾ ਪੱਖ ਨੰਗਾ ਹੋ ਚੁੱਕਾ ਹੈ। ਕੇਂਦਰ ਵਿੱਚ ਮੱਲਾ ਮਾਰੀ ਬੈਠਾ ਬ੍ਰਾਹਮਣਵਾਦ ਕੋਰਟ ਨੂੰ ਅੱਖਾਂ ਵਿਖਾ ਰਿਹਾ ਹੈ। ਨੰਗੀਆਂ ਚਿੱਟੀਆਂ ਦਿੱਲੀ ਵਿੱਚ ਲਗਾਤਾਰ 3 ਦਿਨ ਸਿੱਖ ਕਤਲੇਆਮਾਂ, 180 ਅੰਬੈਸੀਆਂ ਨੇ ਉਂਗਲਾਂ ਮੂੰਹ ਪਾ ਕੇ ਵੇਖੀਆਂ। ਘੱਟ ਗਿਣਤੀ ਦੇ ਮੁਖੀਓ, ਤੁਸੀਂ ਇਹਨਾਂ ਤੋਂ ਕੀ ਇਨਸਾਫ ਭਾਲਦੇ ਹੋ? ਇੱਕ ਅਨਾੜੀ ਵੀ ਸਮਝ ਸਕਦਾ ਹੈ, ਜਦੋਂ ਰਾਜ ਭਾਗ ਚੱਜ ਨਾਲ ਹੀ ਬ੍ਰਾਹਮਣਵਾਦ ਦੇ ਹੱਥ ਵਿੱਚ ਹੈ, ਫਿਰ ਇਹਨਾਂ ਫਿਰਕੂ ਤੇ ਮਾਰੂ ਜਥੇਬੰਦੀਆਂ ਦੀ ਕੀ ਲੋੜ ਹੈ? ਇਹਨਾਂ ਨੂੰ ਕਿਸ ਤੋਂ ਖਤਰਾ ਹੈ? ਫਿਰਕੂ ਹਿੰਦੂਵਾਦ ਦਾ ਚਿੱਟਾ ਐਲਾਨ ਹੈ। ਜਿਹੜੇ ਹਿੰਦੂਆਂ ਵਿੱਚੋਂ ਨਿਕਲੇ ਹਨ, ਉਹਨਾਂ ਨੂੰ ਸ਼ੁੱਧ ਕਰਕੇ ਮੁੜ ਹਿੰਦੂ ਬਣਾਉਣਾ ਹੈ, ਜਿਸ ਨੂੰ ਭਾਰਤੀਕਰਨ ਆਖਿਆ ਜਾਂਦਾ ਹੈ। ਹੋਰ ਵਧੀਆ ਨਿਆਂ ਦੀ ਗੱਲ ਸੁਣੋ। ਰਾਜ ਭਾਗ ਦੇ ਸਾਰੇ ਉੱਚੇ ਅਹੁਦਿਆਂ ਉੱਤੇ 80% ਬ੍ਰਾਹਮਣ ਹਾਵੀ ਹਨ। ਉਹ ਹਾਲੇ ਵੀ ਬ੍ਰਾਹਮਣ ਸਭਾ ਬਣਾ ਕੇ ਹੋਰ ਹੱਕ ਭਾਲਦੇ ਹਨ। ਭਾਵ ਘੱਟ ਗਿਣਤੀਆਂ ਨੂੰ ਮਾਰਨਾ ਘੱਟ, ਪਰ ਸਹਿਕਦੇ ਸੇਵਕ ਜ਼ਰੂਰੀ ਬਣਾਈ ਰੱਖਣਾ ਹੈ। ਘੱਟ ਗਿਣਤੀ ਮਜ਼ਲੂਮਾਂ ਦਾ ਰਾਖਾ ਅੱਜ ਕੋਈ ਨਹੀਂ। ਕਾਨੂੰਨ ਤਗੜੇ ਦਾ ਜੁਡੀਸ਼ਰੀ ਨਿਆਂ ਦੇਣ ਸਮੇਂ ਅੱਖਾਂ ਤੇ ਪੱਟੀ ਬੰਨ੍ਹ ਲੈਂਦੀ ਹੈ। ਪੁਲਿਸ ਫੌਜ ਹੈ ਹੀ ਬਹੁ ਗਿਣਤੀ ਦੀ। ਦਿੱਲੀ ਦੇ ਸਿੱਖ ਘੱਲੂ ਘਾਰੇ ਵਿੱਚ ਜਿੱਥੇ ਸਿੱਖ ਮਰਨੋਂ ਅੜਦੇ ਸਨ, ਉੱਥੇ ਪੁਲਿਸ ਬਲਵਈਆਂ ਦੀ ਮਦਦ ਨੂੰ ਪਹੁੰਚ ਜਾਂਦੀ ਸੀ। ਮਜ਼ਲੂਮਾਂ ਦਾ ਰਾਖਾ ਰੱਬ ਹੈ, ਜਿਹੜਾ ਭੁਲੇਖੇ ਦੇ ਵਿਸ਼ਵਾਸ ਵਿੱਚ ਤਾਂ ਹੈ, ਪਰ ਲੋੜ ਪੈਣ ਤੇ ਕਦੇ ਨਹੀਂ ਬੌੜਿਆ। ਹਜ਼ਾਰਾਂ ਸਾਲਾਂ ਦੇ ਕਥਾ ਪ੍ਰਚਾਰ ਨੇ ਲੋਕਾਂ ਨੂੰ ਦਰੜਾਇਆ ਹੀ ਇਉਂ ਹੈ, ਜਿਸ ਕਾਰਨ ਉਹਨਾਂ ਦਾ ਪੱਕਾ ਵਿਸ਼ਵਾਸ ਟੁੱਟਦਾ ਨਹੀਂ। ਇਸ ਭੁਲੇਖੇ ਨੂੰ ਸਾਇੰਸ ਹੀ ਦੂਰ ਕਰ ਸਕੇਗੀ। ਫੌਰੀ ਸਮਾਂ ਤੇ ਸਰਮਾਇਆ ਅਜਾਈਂ ਨਾ ਗਵਾਇਆ ਜਾਵੇ। ਮਜ਼ਬੂਤ ਏਕਤਾ ਦੀ ਸ਼ਕਤੀ ਕਾਇਮ ਕਰਨ ਲਈ ਲੋਕਾਂ ਦੇ ਕਲਚਰ ਤੇ ਵਿਸ਼ਵਾਸ ਵਿੱਚ ਭਿੱਜਣ ਦੀ ਲੋੜ ਹੈ। ਉਹਨਾਂ ਨੂੰ ਆਪਣੇ ਹਿੱਤ ਦਾ ਚਾਨਣ ਵਿਖਾਇਆ ਜਾਵੇ, ਤਾਂ ਜੋ ਅਜਿਹੀ ਸ਼ਕਤੀ ਖੜੀ ਕੀਤੀ ਜਾਵੇ ਜਿਹੜੀ ਮਿਥਿਹਾਸ ਦੇ ਵਿਸ਼ਵਾਸ ਨੂੰ ਰੇਤ ਦੇ ਖਿਡੌਣਿਆਂ ਵਾਂਗ ਤੋੜ ਸਕੇ। ਪਹਿਲੋਂ ਰਾਜਸੀ ਅਧਿਕਾਰਾਂ ਉੱਤੇ ਕਬਜ਼ਾ, ਮੁੜ ਲੋਕਾਂ ਵਿੱਚੋਂ ਅੰਧ ਵਿਸ਼ਵਾਸਾਂ ਨੂੰ ਤੋੜਨਾ ਹੈ। ਅੰਧ ਵਿਸ਼ਵਾਸ ਵੀ ਅਥਾਹ ਸ਼ਕਤੀ ਹੁੰਦਾ ਹੈ। ਆਜ਼ਾਦੀ ਹਾਸਲ ਕਰਨ ਲਈ ਉਸ ਸ਼ਕਤੀ ਨੂੰ ਤਰੀਕੇ ਨਾਲ ਪਹਿਲੋਂ ਵਰਤਣਾ ਹੈ। ਅਸਾਂ ਪਹਾੜ ਨੂੰ ਸਰ ਕਰਨ ਵਾਲੀ ਮੁਹਿੰਮ ਵਿੱਢਣੀ ਹੈ। ਆਪਣੀ ਤੇ ਵਿਰੋਧੀ ਦੀ ਸਮਰੱਥਾ ਨੂੰ ਤੋਲ ਅੱਗੇ ਵਧਣਾ ਹੈ। ਸਾਇੰਸੀ ਕੀਮਤਾਂ ਦੀਆਂ ਉਪਲਬਧੀਆਂ ਕਾਰਨ ਇਹ ਭੁਲੇਖਾ ਮਨੋਂ ਲਾ ਦਿੱਤਾ ਜਾਵੇ ਕਿ ਪਹਾੜ ਜਿੱਤਿਆ ਨਹੀਂ ਜਾ ਸਕਦਾ। ਅਸੀਂ ਸਰਬੱਤ ਦੇ ਭਲੇ ਦੇ ਵਿਸ਼ਵਾਸੀ ਕਿਸੇ ਦੀ ਰੀਣ ਮਾਤਰ ਲੈਣ ਨੂੰ ਹਰਾਮ ਸਮਝਦੇ ਹਾਂ। ਅਸੀਂ ਤਾਂ ਬਘਿਆੜਾਂ ਤੋਂ ਸਹੇ ਵਾਂਗ ਆਪਣੀ ਬਚਤ ਦੇ ਉਪਰਾਲੇ ਜੁਟਾ ਰਹੇ ਹਾਂ। ਨਰੋਲ ਆਪਣੇ ਕੁਦਰਤੀ ਹੱਕ ਲਈ ਯਤਨਸ਼ੀਲ ਹਾਂ। ਪਹਾੜ ਦੀ ਬੇਪਨਾਹ ਸ਼ਕਤੀ ਨੂੰ ਨਿੱਕਾ ਜਿਹਾ ਡਾਇਨਾਮਾਈਟ ਟੁਕੜੇ ਕਰਕੇ ਖਿਲਾਰ ਸਕਦਾ ਹੈ। ਬਹੁ ਗਿਣਤੀ ਦਾ ਆਫਰਿਆ ਹੰਕਾਰ ਤੋੜ ਸਕਦਾ ਹੈ। ਜੇ ਕੀੜੀ ਹਾਥੀ ਨੂੰ ਢਾਹ ਸਕਦੀ ਹੈ, ਤਦ ਸਾਨੂੰ ਡਰਨ ਦੀ ਅਸਲੋਂ ਲੋੜ ਨਹੀਂ, ਪਰ ਹਾਥੀ ਦੇ ਪੈਰ ਤੋਂ ਪਾਸੇ ਦੀ ਤੁਰਨਾ ਹੈ। ਹਾਲੇ ਤੱਕ ਸਾਨੂੰ ਸਾਡੀ ਖਿਲਰੀ ਸ਼ਕਤੀ ਨੂੰ ਯੋਗਤਾ ਨਾਲ ਏਕਤਾ ਦੀ ਬਰਕਤ ਬਣਾ ਕੇ ਵਰਤਣਾ ਨਹੀਂ ਆਇਆ। ਜਿਸ ਹਿਸਾਬ ਨਾਲ ਸਾਡੀਆਂ ਸੰਸਥਾਵਾਂ ਚੱਲਦੀਆਂ ਰਹੀਆਂ ਹਨ,
ਖੁਆਰ ਹੋਣ ਬਿਨਾਂ ਕੁਝ ਹਾਸਲ ਨਹੀਂ ਕਰ ਸਕੀਆਂ। ਕੌਮੀ ਘਰ ਨੂੰ ਅੱਗੇ ਡਾਹ ਕੇ ਨਵੇਂ ਫੈਸਲੇ ਲੈਣੇ ਪੈਣਗੇ। ਬੇਗਰਜ਼ ਫਕੀਰ ਗਿਆਨੀ ਕਰਤਾਰ ਸਿੰਘ ਵਰਗੇ ਆਗੂ ਭਾਲਣੇ ਪੈਣਗੇ। ਸ਼ੋਪ ਵੱਡਾ, ਰਾਤ ਛੋਟੀ, ਪਰ ਮੁਕਾਏ ਬਿਨਾਂ ਪਿਆਰ ਦੇ ਗਲ ਲੱਗਿਆ ਨਹੀਂ ਜਾ ਸਕਦਾ। ਸਮੱਸਿਆਵਾਂ ਸੈਂਕੜੇ, ਮੁੱਲਾ ਨਸੀਰੋਦੀਨ ਇਕੱਲਾ, ਸੋ ਫੂਕ ਫੂਕ ਕਦਮ ਵਧਾਉਣੇ ਪੈਣਗੇ। ਕੱਲਾ ਟੱਕਰੇ ਤਾਂ ਹਾਲ ਸੁਣਾਵਾਂ, ਦੁੱਖਾਂ ਵਿੱਚ ਪੈ ਗਈ ਜਿੰਦੜੀ। ਦੇਸ਼ ਹੋਇਆ ਆਜ਼ਾਦ, ਉਸ ਵਿੱਚ ਫਾਂਸੀਆਂ ਤੇ ਉਮਰ ਕੈਦਾਂ 80% ਪੰਜਾਬੀਆਂ ਅਥਵਾ ਸਿੱਖਾਂ ਝੱਲੀਆਂ। ਪਰ ਹੁਣ ਆਜ਼ਾਦੀ ਦਾ ਨਿੱਘ ਮਾਨਣ ਦੀ ਥਾਂ ਘੁੱਟ ਘੁੱਟ ਸਾਹ ਲਈਏ। ਇਹ ਸਜ਼ਾ, ਇਹ ਕਹਿਰ ਕਿਉਂ? ਆਪਣਾ ਕੁਦਰਤੀ ਹੱਕ ਨਾ ਲੈਣਾ ਬੁਜ਼ਦਿਲੀ ਦੀ ਇੰਤਹਾ ਹੈ। ਇਹ ਸਾਡੀ ਕੌਮੀ ਵਿਰਾਸਤ ਨੂੰ ਇਤਿਹਾਸਕ ਮਿਹਣਾ ਹੈ। ਗੁਰੂ ਗੋਬਿੰਦ ਸਿੰਘ ਦੀ ਗਰਜ ਨੇ ਤੁਹਾਨੂੰ ਬੱਬਰ ਸ਼ੇਰ ਬਣਾਇਆ ਸੀ। ਪੂਛ ਸੁੱਟਣ ਵਾਲੇ ਗਿੱਦੜ ਕਦੋਂ ਕਦੇ ਸ਼ੇਰ ਬਣ ਗਏ। ਆਪਣੇ ਕੌਮੀ ਘਰ ਬਿਨਾਂ ਆਜ਼ਾਦੀ ਬੇਈਮਾਨੀ ਹੈ। ਪਰ ਹੁਣ ਆਜ਼ਾਦੀ ਦੀ ਲੜਾਈ ਲੰਬੀ ਹੀ ਨਹੀਂ, ਪੇਚਦਾਰ ਹੋ ਗਈ ਹੈ। ਕਾਲੀ ਅੱਗੇ ਟੋਏ। ਸਾਡੇ ਇੱਕ ਕੱਬੀ ਘੋੜੀ ਹੁੰਦੀ ਸੀ। ਜਦੋਂ ਉਸ ਦੀਆਂ ਵੱਖੀਆਂ ਨੂੰ ਦੋਵੇਂ ਅੱਡੀਆਂ ਲੱਗ ਜਾਂਦੀਆਂ, ਇੱਕਦਮ ਸਿਰ ਤੋੜ ਨੱਸ ਪੈਂਦੀ। ਰੋਕਣ ਲਈ ਕੰਡਿਆਂ ਵਾਲਾ ਕੰਡਿਆਲਾ ਵੀ ਕਾਬੂ ਨਾ ਕਰ ਸਕਦਾ। ਗੋਲ ਦਾਇਰੇ ਪਾ ਕੇ ਉਸ ਨੂੰ ਬੁਸ਼ਕਾਰਨਾ ਪੈਂਦਾ, ਤਦ ਜਾ ਕੇ ਠਰਦੀ ਸੀ। ਪਰ ਇਹ ਪ੍ਰਤੱਗਿਆ ਪੱਕੀ ਕਰੋ ਕਿ ਆਪਣਾ ਕੌਮੀ ਘਰ ਹਰ ਹਾਲਤ ਵਿੱਚ ਖੜਾ ਕਰਨਾ ਹੈ। ਸਹੇ ਦੀ ਨਾ ਸਹੀ, ਭਾਵੇਂ ਕੱਛੂ ਦੀ ਚਾਲ ਵਧਣਾ ਪਵੇ। ਨਸ਼ਿਆਂ ਮਾਰੇ ਨੌਜਵਾਨਾਂ ਦੇ ਡੌਲਿਆਂ ਵਿੱਚ ਕੌਮੀ ਅਹਿਸਾਸ ਦੀ ਸੁਰਿੰਜ ਚਬਾਉਣੀ ਪਵੇਗੀ। ਬੇਕਾਰਾਂ ਨੂੰ ਅਸਲ ਕਾਰਨ ਤੇ ਅਸਲ ਦੁਸ਼ਮਣ ਸਮਝਾਉਣੇ ਪੈਣੇ ਹਨ। ਜਿੰਨਾ ਚਿਰ ਬ੍ਰਾਹਮਣਵਾਦੀ ਲੁੱਟ ਤੇ ਕੁੱਟ ਤੋਂ ਛੁਟਕਾਰਾ ਨਹੀਂ ਮਿਲਦਾ, ਕੌਮੀ ਹੋਂਦ ਕਾਇਮ ਨਹੀਂ ਰੱਖੀ ਜਾ ਸਕੇਗੀ। ਨੌਜਵਾਨੀ ਹੀ ਵੇਲੇ ਦਾ ਭਰੋਸੇਮੰਦ ਹਥਿਆਰ ਸਾਡੇ ਕੋਲ ਹੈ। ਬੁੱਢੀ ਅਕਾਲੀ ਲੀਡਰਸ਼ਿਪ ਮਰੀ ਭੇਡ ਹੈ, ਜਿਸ ਦੀ ਖਲ ਤੇ ਉੱਨ ਵੀ ਬੇਕਾਰ ਹੈ। ਇਸ ਨੌਜਵਾਨੀ ਨੂੰ ਸੂਝ ਤੇ ਸ਼ਕਤੀ ਦਾ ਅਹਿਸਾਸ ਦੇਣ ਲਈ ਇੰਗਲੈਂਡ, ਜਰਮਨੀ, ਅਮਰੀਕਾ ਤੇ ਕੈਨੇਡਾ ਵਿੱਚ ਕੌਮੀ ਘਰ ਦੀ ਅਵੱਸ਼ ਲੋੜ ਲਈ ਸੰਸਥਾਵਾਂ ਖੜੀਆਂ ਕਰਨੀਆਂ ਪੈਣਗੀਆਂ। ਪਰਦੇਸੀ ਭਰਾਵਾਂ ਨੂੰ ਇੱਕੋ ਹੀ ਖੜਾ ਕੀਤਾ ਸਵਾਲ ਕਾਫੀ ਹੈ। ਪੰਥ ਤੇ ਪੰਜਾਬ ਖੜਾ ਰੱਖਣਾ ਹੈ ਜਾਂ ਬ੍ਰਾਹਮਣਵਾਦ ਦੀ ਲੂਣ ਖਾਣ ਵਿੱਚ ਖਤਮ ਹੋ ਜਾਣ ਦੇਣਾ ਹੈ। ਉਹ ਪੰਥ ਤੇ ਪੰਜਾਬ ਜਿਉਂਦਾ ਜਾਗਦਾ ਰੱਖਣ ਲਈ ਬਾਂਹ ਖੜੀ ਕਰਨਗੇ, ਕਿਉਂਕਿ ਪੰਜਾਬ ਦੇ ਇੱਥੇ ਭੋਗ ਪੈ ਜਾਣ ਨਾਲ ਉਹਨਾਂ ਲਈ ਕ੍ਰਿਸਚੈਨਿਟੀ ਵਿੱਚ ਸਮਾ ਜਾਣ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਸੋ ਪੰਜਾਬ ਦੀ ਲੀਡਰਸ਼ਿਪ ਸਿਫਰ ਜਬਰ ਸਿਫਰ ਹੋ ਚੁੱਕੀ ਹੈ। ਇਹ ਅਜਿਹੀ ਦਲਦਲ ਵਿੱਚ ਗਰਕਣ ਵਾਲੀ ਹੈ ਜਿਸ ਵਿੱਚੋਂ ਤੁਸੀਂ ਹੀ ਪੰਜਾਬ ਨੂੰ ਬਚਾ ਸਕਦੇ ਹੋ। ਯਾਦ ਰੱਖੋ ਪਰਦੇਸੀ ਭਰਾਵੋ, ਸਿੱਖੀ ਦਾ ਕਿਲਾ ਡਿੱਗ ਪਿਆ, ਤੁਹਾਡੇ ਮੁੰਡੇ ਕੁੜੀਆਂ ਗਿਰਜੇ ਜਾਣ ਲਈ ਤਿਆਰ ਬੈਠੇ ਹੈ। ਤੁਹਾਡਾ ਤੇ ਡਾਲਰ ਇਕੱਠੇ ਕਰਨ ਵਾਲੇ ਸਿੱਖ ਪ੍ਰਚਾਰਕਾਂ ਦਾ ਕੋਈ ਵੀ ਯਤਨ ਉਹਨਾਂ ਨੂੰ ਰੋਕ ਨਹੀਂ ਸਕੇਗਾ। ਹਮ ਤੋਂ ਡੂਬੇ ਹੈ ਸਨਮ, ਤੁਝ ਕੋ ਵੀ ਲੈ ਡੂਬੇਂਗੇ। ਅਸੀਂ ਪੰਜਾਬ ਵਿੱਚ ਤੇ ਤੁਸੀਂ ਬਾਹਰ ਖਤਰੇ ਵਿੱਚ ਹਾਂ। ਬਾਹਰ ਖੜੇ ਕੀਤੇ ਗੁਰਦੁਆਰੇ ਵੀ ਕਿਆਮਤ ਦੇ ਸੈਲਾਬ ਨੂੰ ਨਹੀਂ ਰੋਕ ਸਕਣਗੇ। ਦੁਆਬੇ ਦੀਆਂ ਕੋਠੀਆਂ ਵਿੱਚ ਭਈਏ ਵਸਣਗੇ। ਇਸ ਰਫ਼ਤਾਰ ਨਾਲ ਤੁਰਿਆ ਪੰਜਾਬ ਕੁਝ ਹੀ ਸਾਲਾਂ ਵਿੱਚ ਘੱਟ ਗਿਣਤੀ ਵਿੱਚ ਹੋ ਜਾਵੇਗਾ। ਭੁੱਖੀ ਬਲਾ ਤਾਂ ਇੱਕ ਨਹੀਂ ਮਾਣ ਹੁੰਦੀ, ਸਿੱਖੀ ਨੂੰ ਤਾਂ ਕਾਂਗਰਸ ਤੇ ਭਾਜਪਾ ਦੋ ਚਿੰਬੜੀਆਂ ਹੋਈਆਂ ਹਨ। ਬਚਾਅ ਕੇਵਲ ਇੱਕੋ ਹੈ ਕਿ ਮਜ਼ਬੂਤ ਸੰਸਾਰ ਸਿੱਖ ਸੰਸਥਾ ਖੜੀ ਕੀਤੀ ਜਾਵੇ। ਭਾਰਤ ਦੀ ਆਪਣੀ ਸੰਸਥਾ, ਇੰਗਲੈਂਡ, ਜਰਮਨੀ ਅਥਵਾ ਸਾਰੇ ਯੂਰਪ ਦੀ ਆਪਣੀ ਜਥੇਬੰਦੀ ਅਤੇ ਕੈਨੇਡਾ, ਅਮਰੀਕਾ ਦੀ ਵੱਖਰੀ ਕੌਂਸਲ ਕਾਇਮ ਕੀਤੀ ਜਾਵੇ, ਜਿਨ੍ਹਾਂ ਦਾ ਤਾਲਮੇਲ ਜੁੜਿਆ ਰਹੇ, ਪਰ ਨਿਸ਼ਾਨਾ ਕੌਮੀ ਘਰ ਦਾ ਇੱਕੋ ਹੋਵੇ। ਪਰਦੇਸੀ ਵੀਰੋ, ਜੇ ਤੁਸੀਂ ਸਿਰ ਨਹੀਂ ਚੁੱਕੋਗੇ, ਆਰਥਿਕ ਪੱਖੋਂ ਡਿੱਗਿਆ ਪੰਜਾਬ ਤਾਂ ਉੱਠਣ ਦੀ ਹਾਲਤ ਵਿੱਚ ਹੀ ਦੁਸ਼ਮਣਾ ਰਹਿਣ ਨਹੀਂ ਦਿੱਤਾ। ਪੰਜਾਬ ਦੀਆਂ ਜੜ੍ਹਾਂ ਵੱਢੀਆਂ ਗਈਆਂ, ਤੁਹਾਡੇ ਹਰੇਕ ਚੂਰ ਡਾਲੇ ਥਾਂ ਪਰ ਥਾਂ ਸੁੱਕ ਜਾਣਗੇ। ਅਸੀਂ ਪੰਜਾਬ ਅੰਦਰ ਮਾਰੇ ਗਏ, ਸੋ ਬਚਤ ਇਸੇ ਵਿੱਚ ਹੈ। ਅਸੀਂ ਤੁਸੀਂ ਅੰਦਰਲੇ ਬਾਹਰਲੇ ਕਿਆਮਤੀ ਖਤਰੇ ਨੂੰ ਮੁੱਖ ਰੱਖ ਪਿੱਠਾਂ ਜੋੜ ਕੇ ਖੜੋ ਜਾਈਏ, ਹੋਰ ਚਾਰਾ ਹੀ ਕੋਈ ਨਹੀਂ। ਸਾਰੇ ਸਿੱਖ ਸੰਸਾਰ ਦੀ ਸੁਪਰੀਮ ਬਾਡੀ ਬਣਾਏ ਬਿਨਾਂ ਨਹੀਂ ਸਰਨਾ। ਵੱਡੇ ਟੁਕੇ ਯਹੂਦੀਆਂ ਵੀ ਇਹੋ ਰਾਹ ਅਪਣਾਇਆ ਸੀ। ਹਾਲੇ ਸਮਾਂ ਹੈ ਸਟੈਂਡ ਲੈਣ ਦਾ, ਫਿਰ ਤਾਂ ਚਿੜੀਆਂ ਖੇਤ ਹੀ ਚੁਗ ਜਾਣਾ ਹੈ।
ਸੰਸਥਾਵਾਂ ਦੇ ਮੈਂਬਰ ਗੁਰੂ ਅਤੇ ਸੰਗਤ ਦੀ ਹਾਜ਼ਰੀ ਵਿੱਚ ਪ੍ਰਤੱਗਿਆ ਲੈਣਗੇ। ਕੌਮੀ ਘਰ ਦੀ ਸਥਾਪਤੀ ਲਈ ਤਨ ਮਨ ਤੇ ਧਨ ਤੱਕ ਲੋੜ ਅਨੁਸਾਰ ਕੌਮੀ ਘਰ ਦੀ ਪ੍ਰਾਪਤੀ ਲਈ ਹਾਜ਼ਰ ਕਰਨਾ ਹੋਵੇਗਾ। ਇਸ ਤੋਂ ਉਰੇ ਹਲਾਰੇ ਅਥਵਾ ਚੁਸਤੀ ਦਾ ਕੋਈ ਸਮਝੌਤਾ ਨਹੀਂ। ਜਿਵੇਂ ਅੰਮ੍ਰਿਤਪਾਨ ਸਮੇਂ 5 ਪਿਆਰਿਆਂ ਗੁਰੂ ਗੋਬਿੰਦ ਸਿੰਘ ਨੂੰ ਆਪਾ ਭੇਟ ਕਰ ਦਿੱਤਾ ਸੀ, ਉਦੋਂ ਨਵੇਂ ਮਰਜੀਵੜਿਆਂ ਨੂੰ ਖਾਲਸਾ ਸਜਾ ਕੇ ਰੁੜਦੇ ਜਾਂਦੇ ਦੇਸ਼ ਨੂੰ ਠੱਲ ਪਾਉਣ ਦੀ ਸੀ। ਬਿਲਕੁਲ ਅੱਜ ਉਸੇ ਤਰ੍ਹਾਂ ਹੀ ਪੰਥ ਤੇ ਪੰਜਾਬ ਦੀ ਹਸਤੀ ਕੌਮੀ ਸੱਭਿਆਚਾਰ ਤੇ ਅਰਥਚਾਰੇ ਨੂੰ ਖੁਰਨੋਂ ਬਚਾਉਣ ਦੀ ਭਾਰੀ ਭੀੜ ਆ ਪਈ ਹੈ। ਮਾਰੇ ਜਾ ਰਹੇ ਕਿਸਾਨ ਨੂੰ ਥੰਮਾ ਦੇਣ ਦੀ ਜ਼ਰੂਰੀ ਲੋੜ ਹੈ। ਕਿਸਾਨ ਪੰਜਾਬ ਦੀ ਰੀੜ੍ਹ ਹੈ। ਜੇ ਰੀੜ੍ਹ ਹੀ ਟੁੱਟ ਗਈ, ਪੰਜਾਬ ਕਾਹਦੇ ਆਸਰੇ ਖਲੋਵੇਗਾ। ਇਸ ਕੇਂਦਰੀ ਸੰਸਥਾ ਦੇ ਯੂਨਿਟ ਪਿੰਡਾਂ ਕਸਬਿਆਂ ਵਿੱਚ ਵੀ ਖੜੇ ਕੀਤੇ ਜਾ ਸਕਦੇ ਹਨ। ਤਾਕਤ ਜਮ੍ਹਾਂ ਸੋਚ ਨਾਂ ਦੀ ਹੀ ਜਥੇਬੰਦੀ ਹੈ। ਉਹਨਾਂ ਨੂੰ ਸੁਖਾਵੀਂ ਰਾਜਨੀਤਿਕ ਸਕੂਲਿੰਗ ਦਿੱਤੀ ਜਾਵੇ। ਸਾਡੀ ਕੇਂਦਰੀ ਜਨਮ ਭੂਮੀ ਪੰਜਾਬ ਹੀ ਕੌਮ ਦਾ ਹਰ ਤਰ੍ਹਾਂ ਰੱਖਿਆ ਦਾ ਘਰ ਕਿਲ੍ਹਾ ਹੋ ਸਕਦਾ ਹੈ ਤੇ ਸੁਰੱਖਿਆ ਦਾ ਇਹ ਕਿਲ੍ਹਾ ਬਾਹਰਲੀ ਸੋਚ ਤੇ ਅੰਦਰਲੀ ਸ਼ਕਤੀ ਦੀ ਸਜੋੜ ਮਜ਼ਬੂਤੀ ਬਿਨਾਂ ਨਹੀਂ ਉਸਾਰਿਆ ਜਾ ਸਕਦਾ। ਸਿੱਖ ਸਿਧਾਂਤ ਅਤੇ ਆਪਣੇ ਸ਼ਹੀਦ ਪੁਰਖਿਆਂ ਦੀ ਉਮਤ ਬਚਾਉਣ ਦਾ ਇਹੀ ਇੱਕ ਰਾਹ ਰਹਿ ਗਿਆ ਹੈ, ਵਰਨਾ ਬ੍ਰਾਹਮਣਵਾਦ ਦਾ ਜਨੂੰਨ ਸਾਨੂੰ ਖਾ ਜਾਵੇਗਾ। ਬਘਿਆੜ ਅੱਗੇ ਸਾਨੂੰ ਕੰਡੇਰਨਾ ਬਣਨਾ ਪੈਣਾ ਹੈ। ਸਾਨੂੰ ਸਮੇਟਣ ਪਿੱਛੋਂ ਬ੍ਰਾਹਮਣਵਾਦ ਬੇਹੱਦ ਦਲੇਰ ਹੋ ਜਾਵੇਗਾ। ਫਿਰ ਮੁਸਲਮਾਨਾਂ, ਈਸਾਈਆਂ ਅਤੇ ਦਲਿਤਾਂ ਨੂੰ ਗੁਲਾਮੀ ਦੀਆਂ ਜ਼ਿਲਤਾਂ ਵਿੱਚ ਬਿਨਾਂ ਡਰ ਭੈ ਦਰੜਦਾ ਜਾਵੇਗਾ। ਉਸ ਦੇ ਸਾਹਮਣੇ ਸ਼ਹੀਦ ਸਿੱਖਾਂ ਦੀ ਔਲਾਦ ਹੀ ਇੱਕ ਅੜਨ ਵਾਲਾ ਅਣਖੀਲਾ ਦਲ ਹੈ। ਇਸੇ ਕਰਕੇ ਉਹਨਾਂ ਸ੍ਰੀ ਅਕਾਲ ਤਖਤ ਢਾਹ ਕੇ ਪਹਿਲਾਂ ਟ੍ਰੇਲਰ ਦਿਖਾਇਆ ਹੈ। ਇਸ ਹਮਲੇ ਨਾਲ ਸਾਡੇ ਸਿੱਧਕ ਵਿਸ਼ਵਾਸ ਨੂੰ ਪਰਖਿਆ ਵੀ ਹੈ ਤੇ ਸੱਟ ਵੀ ਮਾਰੀ ਹੈ। ਸ੍ਰੀ ਅਕਾਲ ਤਖਤ ਨੂੰ ਢਾਉਣਾ ਸਿੱਖ ਜਗਤ ਨੂੰ ਦੁਸ਼ਮਣ ਦੀ ਚੇਤਾਵਨੀ ਹੀ ਨਹੀਂ, ਵੰਗਾਰ ਵੀ ਹੈ। ਸਿੱਖਾਂ ਨੂੰ ਦੱਸਿਆ ਗਿਆ ਹੈ ਰਾਜ ਬ੍ਰਾਹਮਣਵਾਦ ਦਾ ਹੈ, ਉਸ ਦੇ ਤਹਿਤ ਤੇ ਹਦਾਇਤਾਂ ਅਨੁਸਾਰ ਚੱਲਣਾ ਹੋਵੇਗਾ। ਬਘਿਆੜ ਆਪਣੇ ਭੁੱਖੇ ਇਰਾਦੇ ਤੇ ਤਿੱਖੇ ਦੰਦ ਤੁਹਾਨੂੰ ਵਿਖਾ ਚੁੱਕਾ ਹੈ। ਤੁਸਾਂ ਨੋਟਿਸ ਨਹੀਂ ਲੈਣਾ, ਤੁਹਾਡੀ ਖੱਸੀ ਮਰਜ਼ੀ। ਤੁਹਾਡੀ ਬੇਪਰਵਾਹੀ ਲਈ ਖੂਨੀ ਨਤੀਜੇ ਹੋਰ ਵੀ ਆਉਣ ਵਾਲੇ ਹਨ, ਇੰਤਜ਼ਾਰ ਕਰੋ। ਇਹ ਤਰਸ਼ੂਲ ਕਾਹਦੇ ਵਾਸਤੇ ਵੰਡੇ ਜਾ ਰਹੇ ਹਨ? ਤਰਸ਼ੂਲ ਜੰਗਲੀ ਜ਼ਮਾਨੇ ਦੀ ਪੈਦਾਵਾਰ ਹੈ ਤੇ ਦਰਿੰਦਿਆਂ ਨਾਲ ਆਮ ਹੀ ਵਾਹ ਪੈਂਦਾ ਰਹਿੰਦਾ ਸੀ, ਪਰ ਅੱਜ ਮਨੁੱਖ ਆਪੂ ਦਰਿੰਦਾ ਬਣ ਗਿਆ ਹੈ। ਮੈਂ ਬ੍ਰਾਹਮਣਵਾਦ ਦੇ ਪੱਕੇ ਏਜੰਟਾਂ ਅਥਵਾ ਸਿੱਖ ਕੌਮ ਦੇ ਗਦਾਰਾਂ ਤੇ ਕਾਂਗਰਸ ਭਾਜਪਾ ਦੇ ਝੋਲੀ ਚੁੱਕਾਂ ਨੂੰ ਨਹੀਂ ਸੰਬੋਧਨ ਕਰ ਰਿਹਾ, ਜਿਹੜੇ ਕੌਮੀ ਤੀਰ ਖਾ ਕੇ ਵੀ ਸੀ ਮਹਿਸੂਸ ਨਹੀਂ ਕਰਦੇ। ਮੈਂ ਗੁਰੂ ਗੋਬਿੰਦ ਸਿੰਘ ਦੀ ਧਾਰਾ ਦੇ ਵੱਖਰੇ ਖਲੋਤੇ ਮਰ ਜੀਵੜਿਆਂ ਨੂੰ ਵੰਗਾਰ ਰਿਹਾ ਹਾਂ, ਜਿਨ੍ਹਾਂ ਦੀਆਂ ਰਗਾਂ ਵਿੱਚ ਜ਼ੁਲਮ ਤੇ ਗੁਲਾਮੀ ਵਿਰੁੱਧ ਖੜਕਾਰ ਤੇ ਲਲਕਾਰ ਦਾ ਲਹੂ ਘੋਲ ਕਰ ਰਿਹਾ ਹੈ। ਉਸ ਹਲਚਲੀ ਤੜਪਣ ਨੂੰ ਚੇਤਨਤਾ ਦੇ ਜਜ਼ਬੇ ਵਿੱਚ ਲਿਆਉਣਾ ਚਾਹੁੰਦਾ ਹਾਂ। ਅੱਜ ਦੁਸ਼ਮਣ ਦੀਆਂ ਫਿਰਕੂ ਤੇ ਜ਼ਾਲਮ ਜਮਾਤਾਂ ਆਪਣੇ ਨੰਗੇ ਚਿੱਟੇ ਹਥਿਆਰ ਚੁੱਕ ਕੇ ਖੁੱਲ੍ਹਾ ਪ੍ਰਦਰਸ਼ਨ ਕਰ ਰਹੀਆਂ ਹਨ। ਉਹਨਾਂ ਨੂੰ ਕੋਈ ਸਰਕਾਰੀ ਰੋਕ ਟੋਕ ਨਹੀਂ, ਨੱਥ ਪਾਉਣ ਲਈ ਕੋਈ ਕਾਨੂੰਨ ਨਹੀਂ, ਸਗੋਂ ਉਹਨਾਂ ਦਾ ਹੌਸਲਾ ਵਧਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ, ਬਾਬਰੀ ਮਸਜਿਦ ਤੇ ਗਿਰਜੇ ਢਹਿੰਦੇ ਵੇਖ ਕੇ ਵੀ ਜਿਨ੍ਹਾਂ ਦੀਆਂ ਨਜ਼ਰਾਂ ਆਪਣੀ ਕੌਮੀਅਤ ਬਚਾਉਣ ਲਈ ਗਹਿਰੀਆਂ ਨਹੀਂ ਹੋਈਆਂ, ਉਹਨਾਂ ਬੇਗੈਰਤਾਂ ਨੂੰ ਮੈਂ ਕੀ ਆਖਾਂ। ਕਿਸੇ ਅਣਖੀਲੇ ਲੇਖਕ ਨੇ ਹੀਜੜੇ ਦੀ ਵਾਰ ਨਹੀਂ ਗਾਈ, ਉਹਨਾਂ ਨੂੰ ਇਤਿਹਾਸ ਦੇ ਡੋਗਰੇ ਬਣਨੋਂ ਕੌਣ ਰੋਕ ਸਕਦਾ ਹੈ। ਮੇਰੀ ਵੰਗਾਰ ਕੌਮੀ ਹੀਰਿਆਂ ਦੀ ਸੁੱਤੀ ਸ਼ਕਤੀ ਨੂੰ। ਫਿਲਹਾਲ ਦੁਸ਼ਮਣ ਨਾਲ ਬਹਿਸ ਵਿੱਚ ਨਾ ਪਵੋ। ਮੂਰਖਾਂ ਦੇ ਇਕੱਠ ਵਿੱਚ ਇੱਕ ਵਿਦਵਾਨ ਨੂੰ ਮਹਾਮੂਰਖ ਨਹੀਂ ਬਣਨਾ ਚਾਹੀਦਾ। ਆਪਣੀ ਦ੍ਰਿੜਤਾ ਤੇ ਤਾਕਤ ਦਾ ਵਿਖਾਲਾ ਵੀ ਨਾ ਪਾਓ। ਚੁੱਪਚਾਪ ਤਾਕਤ ਜੋੜੋ, ਸਾਥੀ ਤੇ ਹਮਰਾਈ ਪੈਦਾ ਕਰੀ ਚੱਲੋ। ਜ਼ਾਲਮ ਨੂੰ ਭਾਂਜ ਦੇਣ ਦਾ ਇੱਕ ਸਮਾਂ ਆਵੇਗਾ। ਸਮੇਂ ਦੀ ਵੱਤ ਦੀ ਇੰਤਜ਼ਾਰ ਕਰੋ। ਸੰਜੀਦਾ ਇੰਤਜ਼ਾਰ ਵੀ ਪ੍ਰਾਪਤੀ ਲਈ ਤਪੱਸਿਆ ਹੁੰਦੀ ਹੈ ਤੇ ਤਪੱਸਿਆ ਦਾ ਫਲ ਕਦੇ ਅਜਾਈ ਨਹੀਂ ਜਾਂਦਾ। ਆਜ਼ਾਦੀ ਦੇ ਬੂਟੇ ਨੂੰ ਬੋੜ ਬਣ ਦਿਓ, ਸੁਖਾਵੀਂ ਠੰਡੀ ਛਾਂ ਜ਼ਰੂਰ ਮਿਲੇਗੀ। ਜ਼ਾਲਮ ਚੈਨ ਨਾਲ ਬਹਿ ਹੀ ਨਹੀਂ ਸਕਦਾ, ਉਹ ਮਜ਼ਲੂਮਾਂ ਨੂੰ ਹਰ ਹਾਲਤ ਸਤਾਏਗਾ ਤੇ ਵਿਦਰੋਹ ਦੀ ਸ਼ਕਤੀ ਨੇ ਅੱਗ ਬਣਨਾ ਹੀ ਹੁੰਦਾ ਹੈ। ਇਹ ਮੇਰਾ ਨਹੀਂ, ਤਾਰੀਖ ਦਾ ਫੈਸਲਾ ਹੈ। ਉਸ ਭੜਕਾਣ ਨੂੰ ਸੰਭਾਲਣਾ ਤੇ ਇਨਕਲਾਬ ਵੱਲ ਤੋਰਨਾ
ਕੌਮ ਲਈ ਇਮਤਿਹਾਨ ਹੋਵੇਗਾ। ਨਹਿਰੂ ਤੇ ਗਾਂਧੀ ਵੱਡੇ ਸਿਆਣਿਆਂ ਨੂੰ ਇਹ ਨਹੀਂ ਪਤਾ ਸੀ ਆਜ਼ਾਦੀ ਲੈਣ ਸਮੇਂ ਲੱਖਾਂ ਬੇਗੁਨਾਹਾਂ ਦੀ ਵੱਟ ਕੱਢ ਵੀ ਹੋਵੇਗੀ ਤੇ ਨਤੀਜੇ ਆਬਾਦੀਆਂ ਦੇ ਤਬਾਦਲੇ ਵਿੱਚ ਨਿਕਲਣਗੇ। ਇਸ ਭੜਕਾਣ ਤੇ ਅਫਰਾ ਤਫਰੀ ਨੂੰ ਸੰਭਾਲਣ ਦੀ ਯੋਗਤਾ ਪੈਦਾ ਕਰਨੀ ਹੈ। ਜੇਕਰ ਫਿਰਕੂ ਹਿੰਦੂਵਾਦ ਨੇ ਰਾਜਾਂ ਨੂੰ ਅੰਦਰੂਨੀ ਖੁਦ ਮੁਖਤਿਆਰੀ ਨਾ ਦਿੱਤੀ ਤੇ ਅੰਨਾ ਜੱਫਾ ਮਾਰੀ ਰੱਖਿਆ, ਇੱਕ ਦਿਨ ਸਾਡਾ ਹਿੰਦੁਸਤਾਨ ਟੋਟਿਆਂ ਵਿੱਚ ਬਦਲ ਜਾਵੇਗਾ। ਉਸ ਬਦਲਾਣ ਵਿੱਚ ਵੀ ਸਿੱਖਾਂ ਦਾ ਵੱਧ ਨੁਕਸਾਨ ਹੋਣ ਦਾ ਡਰ ਹੈ। ਮਾਰੂ ਆਫਤਾਂ ਤੋਂ ਬਚਣ ਦਾ ਇੱਕੋ ਰਾਹ ਹੈ ਮਜ਼ਬੂਤ ਏਕਤਾ, ਸੰਜੀਦਾ ਜਥੇਬੰਦੀ ਤੇ ਸਿਆਣੀ ਅਗਵਾਈ। ਸਾਡਾ ਨਾਅਰਾ ਹੋਵੇਗਾ ਸਾਰਾ ਦੇਸ਼ ਇੱਕ, ਪਰ ਰਾਜ ਅੰਦਰੂਨੀ ਤੌਰ ਤੇ ਖੁਦ ਮੁਖਤਿਆਰ। ਅੱਜ ਕਸ਼ਮੀਰ ਬੁਰੀ ਤਰ੍ਹਾਂ ਲਹੂ ਲੁਹਾਨ ਹੈ। ਇਸ ਮਾੜੀ ਅਵਸਥਾ ਦੇ ਜ਼ਿੰਮੇਵਾਰ ਤੇ ਦੋਸ਼ੀ ਕਾਂਗਰਸ ਤੇ ਭਾਜਪਾ ਦੋਵੇਂ ਹਨ। ਭਾਜਪਾ ਮਾਂ ਨਾਲੋਂ ਧੀ ਹੇਜਲੀ, ਰਿੱਧੇ ਪੱਕੇ ਪਾਵੇ ਪਾਣੀ ਨੇ 370 ਦੀ ਧਾਰਾ ਤੋੜਨ ਲਈ ਲੱਕ ਬੰਨ ਲਿਆ ਹੈ। ਅਖੇ ਵਿਧਾਨ ਸਾਰੇ ਦੇਸ਼ ਉੱਤੇ ਇਕਸਾਰ ਹੋਣਾ ਚਾਹੀਦਾ ਹੈ। ਪੁੱਠੀ ਰਾਜਨੀਤੀ, ਕੰਨ ਵੀ ਸਿੱਧਿਆਂ ਨਹੀਂ ਪੁੱਠੇ ਪਾਸੇ ਦੀ ਫੜਨਾ ਹੈ। ਫੈਡਰਲ ਢਾਂਚਾ ਸਾਰੇ ਹਿੰਦੁਸਤਾਨ ਤੇ ਲਾਗੂ ਕਰਕੇ ਬੜੀ ਸੋਹਣੀ ਇਕਸਾਰਤਾ ਬਣਦੀ ਹੈ। ਸਾਰੇ ਰਾਜਾਂ ਦੀ ਅੰਦਰੂਨੀ ਬੇਚੈਨੀ ਖਤਮ ਹੁੰਦੀ ਹੈ। ਸੂਬੇ ਆਪਣੀ ਡਿਵੈਲਪਮੈਂਟ ਵੱਲ ਪੂਰਾ ਧਿਆਨ ਦੇਣ, ਪਰ ਬ੍ਰਾਹਮਣਵਾਦ ਰਾਜਾਂ ਨੂੰ ਅੰਦਰੂਨੀ ਖੁਦ ਮੁਖਤਿਆਰੀ ਕਦੇ ਨਹੀਂ ਦੇਵੇਗਾ। ਵਿਧਾਨ ਦੇ ਰਾਜਾਂ ਨੂੰ ਦਿੱਤੇ ਹੱਕ ਖੋਹ ਕੇ ਕੇਂਦਰ ਨੇ ਉਹਨਾਂ ਨੂੰ ਨਿਕੰਮੀਆਂ ਮਿਊਨਿਸਪੈਲਿਟੀਆਂ ਅਥਵਾ ਪੁਰਾਣੇ ਡਿਸਟ੍ਰਿਕਟ ਬੋਰਡ ਬਣਾ ਧਰਿਆ ਹੈ। ਜਿਹੜੇ ਲੋਕਾਂ ਦੇ ਚੁਣੇ ਹੋਏ ਮੈਂਬਰ ਇੱਕ ਡਿਪਟੀ ਕਮਿਸ਼ਨਰ ਦੇ ਹਰ ਤਰ੍ਹਾਂ ਅਧੀਨ ਹੁੰਦੇ ਸਨ। ਇਸ ਪੁੱਠੀ ਰਾਜਨੀਤੀ ਨੇ ਸਾਰੇ ਪੰਡਤ ਕਸ਼ਮੀਰ ਵਿੱਚੋਂ ਕਢਵਾ ਕੇ ਜੰਮੂ ਤੇ ਦਿੱਲੀ ਵਾੜ ਦਿੱਤੇ ਹਨ। ਇਸ ਪੁੱਠੀ ਰਾਜਨੀਤੀ ਕਾਰਨ ਫੌਜੀ, ਪੁਲਿਸ ਤੇ ਨਿਹੱਥੇ ਕਸ਼ਮੀਰੀ 5-10 ਨਿੱਤ ਦੇ ਮਰਦੇ ਹਨ। ਇਸ ਨਿੱਤ ਦੀ ਹੋ ਰਹੀ ਕਤਲੇਆਮ ਦਾ ਬ੍ਰਾਹਮਣਵਾਦ ਕੋਈ ਹੱਲ ਨਹੀਂ ਕੱਢਣਾ ਚਾਹੁੰਦਾ। ਜੋ ਅੱਜ ਕਸ਼ਮੀਰ ਵਿੱਚ ਵਾਪਰਿਆ ਹੈ, ਭਲਕੇ ਨੂੰ ਪੰਜਾਬ ਵਿੱਚ ਵੀ ਖੂਨੀ ਹੋਲੀ ਬਣ ਸਕਦਾ ਹੈ। ਬ੍ਰਾਹਮਣਵਾਦੀ ਸਰਕਾਰ ਸਾਰੇ ਅਧਿਕਾਰ ਤੇ ਟੈਕਸ ਕੇਂਦਰਿਤ ਕਰਕੇ ਸਭ ਰਾਜਾਂ ਨੂੰ ਗੋਡੇ ਹੇਠ ਨੱਪ ਕੇ ਰੱਖਣਾ ਚਾਹੁੰਦੀ ਹੈ। ਦਿਲ ਦਾ ਖੋਟਾ ਤੇ ਵਿਸ਼ਵਾਸ ਦਾ ਬੇਈਮਾਨ ਲੋਕਾਂ ਉੱਤੇ ਕਦੇ ਭਰੋਸਾ ਨਹੀਂ ਕਰੇਗਾ। ਘੱਟ ਗਿਣਤੀਆਂ ਮੁੜਕੇ ਦੀ ਥਾਂ ਨਿਸ਼ੰਗ ਲਹੂ ਦੇਣ ਬ੍ਰਾਹਮਣਵਾਦ ਨਾਇਤਬਾਰ ਕਰ ਗਿਆ ਹੈ, ਕਿਉਂਕਿ ਉਹ ਆਪ ਖੋਟਾ ਸਿੱਕਾ ਹੈ। ਇਹਨਾਂ ਨੂੰ 1000 ਵਰੇ ਦੀ ਗੁਲਾਮੀ ਚੁੱਭਦੀ ਹੈ। ਉਸ ਦੇ ਪ੍ਰਤੀਕਰਮ ਵਿੱਚ ਕਤਲਾਵਾਂ ਦੇ ਖੂਹ ਖਾਤੇ ਪੁੱਟੀ ਜਾਂਦੇ ਹਨ। ਅਸੀਂ ਘੱਟ ਗਿਣਤੀਆਂ ਨੇ ਇਹਨਾਂ ਦੇ ਖੂਹ ਖਾਤਿਆਂ ਦੀਆਂ ਲਾਸ਼ਾਂ ਨਹੀਂ ਬਣਨਾ। ਅਸਾਂ ਆਪਣੇ ਕੁਦਰਤੀ ਹੱਕ ਲੈਣੇ ਹਨ ਤੇ ਅੰਦਰੂਨੀ ਆਜ਼ਾਦੀ ਜਿੱਤ ਕੇ ਸਵੈਮਾਨ ਨਾਲ ਜੀਣਾ ਹੈ। ਆਜ਼ਾਦੀ ਲਈ ਮਿਹਨਤ ਤੇ ਕੁਰਬਾਨੀ ਹਰ ਹਾਲ ਕਰਨੀ ਪਈ ਹੈ। ਸਿਰੜੀ ਰਹੀਆਂ ਲੰਬੀਆਂ ਵਾਟਾਂ ਨੂੰ ਵੀ ਸੁਕੇੜਿਆ ਹੈ। ਸੰਸਾਰ ਜਥੇਬੰਦੀ ਦਾ ਇੱਕ ਹਿੱਸਾ ਦੂਜੇ ਰਾਜਾਂ ਦੀ ਮਿਲਵਰਤਣ ਨਾਲ ਦਿੱਲੀ ਵਿੱਚ ਇੱਕ ਸਾਂਝੀ ਕਨਵੈਨਸ਼ਨ ਬੁਲਾਵੇ ਅਤੇ ਅੰਦਰੂਨੀ ਆਜ਼ਾਦੀ ਦਾ ਮਤਾ ਪਾਸ ਕਰਵਾਵੇ। ਉਸ ਕਨਵੈਨਸ਼ਨ ਨਾਲ ਲੜਾਈ ਸਿੱਖ ਪੰਜਾਬੀਆਂ ਦੀ ਨਹੀਂ, ਸਗੋਂ ਸਾਰੇ ਰਾਜਾਂ ਦੀ ਬਣ ਜਾਵੇਗੀ। ਸਾਰੇ ਦੇਸ਼ ਵਿੱਚ ਅੰਦਰੂਨੀ ਆਜ਼ਾਦੀ ਦੀ ਲਹਿਰ ਜਾਗਰਤ ਹੋ ਉੱਠੇਗੀ। ਇਸ ਲਹਿਰ ਦੀ ਚੜ੍ਹਤ ਨਾਲ ਬ੍ਰਾਹਮਣਵਾਦ ਸ਼ਰਤੀਆ ਬੁਖਲਾਏਗਾ। ਉਹਦੇ ਪਾਪ ਨੰਗੇ ਹੋਣਗੇ, ਰਾਜਾਂ ਦੇ ਹੱਕ ਜ਼ੋਰ ਫੜਨਗੇ। ਵਿਧਾਨਕ ਲੜਾਈ ਅਸੈਂਬਲੀਆਂ ਤੇ ਪਾਰਲੀਮੈਂਟ ਵਿੱਚ ਗਰਮ ਹੋਵੇਗੀ। ਆਜ਼ਾਦੀ ਦੀ ਲੜਾਈ ਵਿੱਚ ਅੱਗੇ ਹੋ ਕੇ ਹੁਣ ਤੱਕ ਸਾਨੂੰ ਹੀ ਸਿਰ ਭੰਨਾਉਣਾ ਪਿਆ ਹੈ। ਇਸ ਤਰ੍ਹਾਂ ਅਸੀਂ ਅੰਦਰੂਨੀ ਆਜ਼ਾਦੀ ਦੀ ਲੜਾਈ ਸਾਰੇ ਰਾਜਾਂ ਦੀ ਸਾਂਝੀ ਬਣਾ ਦਿਆਂਗੇ। ਇਸ ਤਰ੍ਹਾਂ ਬ੍ਰਾਹਮਣਾ ਖਾ ਨਹੀਂ ਵਰਤ ਛੱਡ ਵਾਲੀ ਅਵਸਥਾ ਬਣਾ ਦਿਆਂਗੇ। ਪਹਿਲੀ ਗੱਲ, ਪੰਜਾਬ ਤੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਪੈਂਤੜਾ ਸਾਰੇ ਰਾਜਾਂ ਦਾ ਬਣਾ ਦਿੱਤਾ ਜਾਵੇ। ਇਉਂ ਸਾਰੇ ਰਾਜਾਂ ਦੀ ਬਲਾ ਇਕੱਲੇ ਸਿੱਖਾਂ ਗੱਲ ਨਹੀਂ ਪਵੇਗੀ। ਸਮੁੱਚੇ ਦੇਸ਼ ਦੀ ਸਮੱਸਿਆ ਸਾਰਾ ਦੇਸ਼ ਹੱਲ ਕਰੇ। ਆਜ਼ਾਦੀ ਲਈ 80% ਦੀ ਕੁਰਬਾਨੀਆਂ ਸਿੱਖਾਂ ਦਿੱਤੀਆਂ। ਸਾਰਾ ਫਲ ਖਾਣ ਲਈ ਬ੍ਰਾਹਮਣਵਾਦ ਅੱਗੇ ਆ ਖਲੋਤਾ। ਇਤਿਹਾਸ ਦੱਸਦਾ ਹੈ, ਬਾਹਰਲੇ ਹਮਲਾਵਰਾਂ ਨੂੰ ਭਜਾਉਣ ਲਈ ਸਿੱਖ ਅਟਕ ਦਰਿਆ ਤੱਕ ਲੜਦੇ ਮਰਦੇ ਗਏ। ਬਾਕੀ ਸਾਰਾ ਹਿੰਦੁਸਤਾਨ ਸਿਰਹਾਣੇ ਬਾਂਹ ਦੇ ਕੇ ਸੁੱਤਾ ਰਿਹਾ। ਸ਼ਹੀਦ ਹੋਣ ਵਾਲੇ ਸਿੱਖਾਂ ਨੂੰ ਪਹਿਲਾਂ ਲਾਰੇ ਲਾਏ ਗਏ, ਪਿੱਛੋਂ ਅੰਗੂਠਾ ਕੱਢ ਵਿਖਾਇਆ। ਅਸੀਂ ਝੂਠੇ ਲਾਰਿਆਂ ਉੱਤੇ ਫਾਂਸੀਆਂ ਚੜ੍ਹਦੇ ਰਹੇ ਤੇ ਚੀਚੀ ਦਾ ਤੁਬਕਾ ਲਹੂ ਤੱਕ ਨਾ ਦੇਣ ਵਾਲੇ ਰਾਜੇ ਰਾਣੇ ਬਣ ਬੈਠੇ।
ਇਹ ਚਾਣਕੀਆ ਨੀਤੀ ਸ਼ਾਸਤਰ ਦਾ ਨਿਆਂ ਹੈ। ਸਾਧਾਂ ਤੇ ਸੱਚੇ ਬੰਦਿਆਂ ਨੂੰ ਚਾਣਕੀਆ ਨੇ ਹਮੇਸ਼ਾ ਲੁੱਟਿਆ ਤੇ ਕੁੱਟਿਆ ਹੈ। ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਅਤੇ ਪੰਡਤਾਂ ਦਾ ਵਿਸਾਹ ਨਹੀਂ ਕੀਤਾ ਸੀ, ਪਰ ਜੱਟ ਬੂਟ ਪੰਜਾਬ ਕਦੋਂ ਇਤਿਹਾਸ ਫੋਲਦਾ ਰਿਹਾ ਸੀ। ਇਸ ਅੱਤ ਦੀ ਵਿਗੜੀ ਨੂੰ ਸੰਭਾਲਣ ਲਈ ਦੋਸਤਾਂ ਦੁਸ਼ਮਣਾਂ ਨੂੰ ਛਾਨਣਾ ਹੋਵੇਗਾ। ਜੀਣ ਦਾ ਹੱਕ ਕੁਦਰਤ ਨੇ ਸਭ ਨੂੰ ਬਰਾਬਰ ਦਾ ਬਖਸ਼ਿਆ ਹੈ, ਬਸ ਉਸ ਹੱਕ ਨੂੰ ਹਾਣਦਾ ਕਰੋ। ਭਾਜਪਾ ਤੇ ਕਾਂਗਰਸ ਸਾਡੇ ਕਤਈ ਦੋਸਤ ਨਹੀਂ ਹੋ ਸਕਦੇ, ਜਿਨ੍ਹਾਂ ਇੰਨੇ ਡੂੰਘੇ ਜ਼ਖਮ ਲਾਏ ਹਨ ਕਿ ਸਦੀਆਂ ਤੱਕ ਚਸਕਦੇ ਰਹਿਣਗੇ। ਸਿੱਖ ਸਿਧਾਂਤ ਦੇ 3 ਬੁਨਿਆਦੀ ਅਸੂਲ ਹਨ: ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਬ੍ਰਾਹਮਣਵਾਦੀਆਂ, ਮਜ਼੍ਹਬੀ ਸਿੱਖਾਂ ਅਤੇ ਰਮਦਾਸੀਆਂ ਨੂੰ ਬੁਰੀ ਤਰ੍ਹਾਂ ਧਰਕਾਰ ਛੱਡਿਆ ਹੈ, ਪਰ ਮਿਹਨਤ ਕਰਨ ਕਾਰਨ ਉਹ ਸਾਡੇ ਭਰਾ ਤੇ ਜਮਾਤੀ ਹਨ। ਸਾਰੀਆਂ ਕਿਰਤੀ ਜਮਾਤਾਂ ਸਾਡੀਆਂ ਦੋਸਤ ਹਨ। ਵਪਾਰੀ ਭਾਜਪਾ ਸਾਨੂੰ ਸਾਰਿਆਂ ਨੂੰ ਲੁੱਟਦਾ ਹੈ। ਕਾਂਗਰਸ ਨੇ 50 ਵਰ੍ਹੇ ਸਾਡੇ ਸਾਰਿਆਂ ਨਾਲ ਠੱਗੀਆਂ ਮਾਰੀਆਂ। ਸਾਡੀ ਮੂਰਖਤਾ, ਨਾਗਾਂ ਨੂੰ ਦੁੱਧ ਪਿਆਇਆ ਤੇ ਜ਼ਹਿਰੀ ਡੰਗ ਖਾਧੇ। ਸਾਡੇ ਅਨਾੜੀ ਆਗੂਆਂ ਕਿਰਤੀ ਸ਼੍ਰੇਣੀਆਂ ਵੱਲ ਪਿੱਠ ਕਰੀ ਰੱਖੀ, ਅੱਗੋਂ ਵੈਰੀਆਂ ਦੀ ਫਟਕਾਰ ਖਾਂਦੇ ਰਹੇ। ਪਿੱਠ ਪੂਰਨ ਵਾਲਾ ਕੋਈ ਨਹੀਂ ਸੀ। ਆਪਣੇ ਨਾਲ ਹੋਰ ਮਿਹਨਤੀ ਜਮਾਤਾਂ ਨੂੰ ਵੀ ਕਟਵਾਉਂਦੇ ਤੇ ਲੁਟਾਉਂਦੇ ਰਹੇ। ਕੀ ਦਲਿਤ ਵਰਗ ਮਜ਼ਲੂਮ ਨਹੀਂ? ਗੁਰੂ ਕਿਆਂ ਦੀਆਂ ਮਜ਼ਲੂਮਾਂ ਤੇ ਕਿਰਤੀਆਂ ਨਾਲ ਜਾਰੀ ਨਹੀਂ। ਤੁਰਕ ਰਾਜਾਂ ਹੇਠ ਹਿੰਦੂ ਮਜ਼ਲੂਮ ਸਨ ਕਿ ਅਸੀਂ ਉਹਨਾਂ ਦੀ ਸ਼ਹੀਦ ਨਹੀਂ ਹੁੰਦੇ ਰਹੇ। ਗੰਗਾ ਹੀ ਉਲਟੀ ਵਗ ਤੁਰੀ। ਕੱਲ ਦੇ ਮਜ਼ਲੂਮ ਅੱਜ ਦੇ ਜ਼ਾਲਮ ਬਣ ਖਲੋਤੇ। ਦਲਿਤਾਂ ਨਾਲ ਸਿੱਖ ਵੀ ਚੌਥੀ ਗੁਲਾਮ ਜਮਾਤ ਬਣ ਗਏ। ਖੇਤਾਂ ਵਿੱਚ ਬਰਾਬਰ ਹਿੱਕ ਡਾਹ ਕੇ ਕੰਮ ਕਰਨ ਵਾਲਿਆਂ ਨੂੰ ਹੁਣ ਤਾਂ ਹਿੱਕ ਨਾਲ ਲਾ ਲਵੋ। ਮਜ਼ਲੂਮ ਨਾਲ ਜੁੜ ਕੇ ਤਾਕਤ ਬਣ ਜਾਂਦਾ ਹੈ ਤੇ ਸ਼ਕਤੀ ਹੀ ਜ਼ਾਲਮ ਦੇ ਦੰਦ ਖੱਟੇ ਕਰ ਸਕਦੀ ਹੈ। ਤੁਹਾਨੂੰ ਗੁਰੂ ਤੇਗ ਬਹਾਦਰ ਦਾ ਦਿੱਲੀ ਚਾਂਦਨੀ ਚੌਂਕ ਵਿੱਚੋਂ ਸਿਰ ਚੁੱਕ ਕੇ ਲਿਆਉਣ ਵਾਲਾ ਬਾਬਾ ਜੀਵਨ ਸਿੰਘ ਯਾਦ ਨਹੀਂ ਆਉਂਦਾ? ਸ਼ਰਾਬੀ ਹਾਥੀ ਦਾ ਸੁੰਡ ਤੋੜਨ ਵਾਲੇ ਬਚਿੱਤਰ ਸਿੰਘ ਸੂਰਮੇ ਬਾਰੇ ਕੀ ਖਿਆਲ ਹੈ? ਸਾਡਾ ਸਾਰਿਆਂ ਦਾ ਇਸ ਕਿਰਤੀ ਜਮਾਤ ਬਿਨਾਂ ਨਾ ਪਹਿਲਾਂ ਸਰਿਆ ਹੈ ਤੇ ਨਾ ਹੀ ਕੌਮੀ ਮੋਰਚੇ ਵਿੱਚ ਸਰਨਾ ਹੈ। ਗਲੇ ਮਿਲਿਆ ਹੀ ਦੋਹਾਂ ਦੀ ਕਲਿਆਣ ਹੈ। ਸਿੰਘੋ ਸੱਚ ਇਹ ਹੈ, ਤੁਸੀਂ ਹੁਣ ਤੱਕ ਮਨੂਵਾਦ ਦੇ ਢਹੇ ਚੜੇ ਰਹੇ ਹੋ। ਆਪਣੀ ਕਿਰਤੀ ਜਮਾਤ ਦੇ ਬੰਦਿਆਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ। ਦੁਸ਼ਮਣ ਨੇ ਸਾਨੂੰ ਵਾਰੀ-ਵਾਰੀ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਕੁੱਟ ਖਾ ਕੇ ਸਭ ਨੂੰ ਹੋਸ਼ ਆ ਜਾਂਦੀ ਹੈ, ਪਰ ਕੁਝ ਸਿਰ ਫਿਰੇ ਸਿੱਖ ਹਾਲੇ ਵੀ ਬ੍ਰਾਹਮਣਵਾਦ ਦੇ ਬੋੜ ਦੀ ਛਾਂ ਨੂੰ ਭੱਜੇ ਜਾ ਰਹੇ। ਇਹ ਲਾਹਨਤ ਨਹੀਂ, ਅਸੀਂ ਗਦਾਰ ਡੋਗਰਿਆਂ ਨੂੰ ਖਤਮ ਨਹੀਂ ਕਰ ਸਕੇ। ਇਹ ਲਾਹਨਤੀ ਉਹਨਾਂ ਮਸੰਦਾਂ ਨਾਲੋਂ ਵੀ ਗਏ ਗੁਜ਼ਰੇ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਗਦਾਰ ਸਮਝ ਕੇ ਸਾੜਿਆ ਸੀ। ਘਰ ਦੀ ਸਫਾਈ, ਸਮਝਾਈ ਤੇ ਮਜ਼ਬੂਤੀ ਬਿਨਾਂ ਬਾਹਰਲੀ ਜਿੱਤ ਨਹੀਂ ਮਿਲਣੀ। ਹਾਸਲ ਕੀਤੀ ਪ੍ਰਾਪਤੀ ਨੂੰ ਮਜ਼ਬੂਤ ਪ੍ਰਬੰਧ ਵਿੱਚ ਰੱਖਣਾ ਵੀ ਇੱਕ ਸਮੱਸਿਆ ਹੈ। ਤਾਰੀਖੀ ਹਕੀਕਤ ਇਹ ਹੈ, ਅਸੀਂ ਪੰਜਾਬੀ ਖਾਸ ਤੌਰ ਤੇ ਸਿੱਖ ਜ਼ਿੰਦਗੀ ਮੌਤ ਦੇ ਦੁਰਾਹੇ ਤੇ ਆ ਗਏ ਹਾਂ ਤੇ ਆਏ ਵੀ ਬੁੱਢੇ ਜਥੇਦਾਰਾਂ ਤੇ ਬਲਦੇਵ ਸਿੰਘ ਦੀਆਂ ਭਾਰੀ ਸਿਆਸੀ ਗਲਤੀਆਂ ਕਾਰਨ। ਇਹ ਸੱਚਾਈ ਨੂੰ ਹਰ ਸੰਜੀਦਾ ਸਿੱਖ ਨੇ ਜਾਣ ਲਿਆ ਹੈ, ਮੰਨ ਲਿਆ ਹੈ ਤੇ ਅਹਿਸਾਸ ਵੀ ਕਰ ਲਿਆ, ਪਰ ਬਚਾਅ ਵਾਸਤੇ ਨਿੱਘਰ ਉਪਰਾਲਾ ਕੋਈ ਨਹੀਂ ਕੀਤਾ ਗਿਆ। ਕਬੂਤਰ ਸ਼ਿਕਾਰੀ ਦੇ ਜਾਲ ਵਿੱਚ ਚੱਜ ਨਾਲ ਫਸ ਗਏ ਹਨ। ਹੁਣ ਤਾਂ ਸਾਰਾ ਜ਼ੋਰ ਲਾ ਕੇ ਜਾਲ ਦੀਆਂ ਕਿੱਲੀਆਂ ਪੁੱਟਿਆਂ ਹੀ ਛੁਟਕਾਰਾ ਹੈ। ਉਹੀ ਪੁਰਾਣੇ ਦਮਜ਼ਗੇ ਅੱਜ ਵੀ ਲੋਕਾਂ ਨੂੰ ਮੂਰਖ ਬਣਾਈ ਜਾ ਰਹੇ ਹਨ। ਫੈਸਲਾ ਕਰੋ, ਗੁਲਾਮ ਮਰਨਾ ਹੈ ਜਾਂ ਆਜ਼ਾਦ ਜੀਣਾ ਹੈ। ਤੁਸੀਂ ਉਪਰਾਲਾ ਨਹੀਂ ਕਰੋਗੇ, ਇਹ ਅਲਫਬੇ ਤੁਹਾਡੀ ਸੰਤਾਨ ਨੂੰ ਪੜ੍ਹਨੀ ਪਵੇਗੀ। ਕੁਦਰਤ ਦਾ ਨਿਯਮ ਹੈ, ਹਿਲਜੁਲ ਹੋਣੀ ਤੇ ਹੇਠਲੀ ਉੱਤੇ ਆਉਣੀ। ਸਮੇਂ ਦੀ ਰਫ਼ਤਾਰ ਨੂੰ ਨਾ ਮਨੁੱਖ ਤੇ ਨਾ ਹੀ ਸ਼ਹਿਨਸ਼ਾਹੀ ਤਾਕਤ ਬਦਲ ਸਕੀ ਜਾਂ ਠੱਲ ਸਕੀ ਹੈ। ਬਦਲਦੇ ਜਾਣਾ ਅਟਲ ਸਚਾਈ ਹੈ। ਸੋਚਣ ਵਾਲੀ ਇਹ ਗੱਲ ਹੈ, ਉਸ ਬਦਲਦੀ ਵਿੱਚ ਆਪੂ ਹਿੱਸਾ ਪਾਇਆ ਜਾਵੇ ਜਾਂ ਨਾ। ਇਸ ਤਰ੍ਹਾਂ ਬਦਲੀਏ ਜਿਵੇਂ ਘੱਟ ਤੋਂ ਘੱਟ ਨੁਕਸਾਨ ਹੋਵੇ, ਘੱਟ ਲਹੂ ਡੁੱਲੇ। ਇਹ ਸਮੱਸਿਆ ਨਿਰੀ ਪੰਜਾਬੀਆਂ ਦੀ ਨਹੀਂ, ਸਗੋਂ ਸਾਰੇ ਸੰਸਾਰ ਦੀ ਬਣ ਗਈ, ਕਿਉਂਕਿ ਅਸੀਂ ਸਾਰੇ ਸੰਸਾਰ ਵਿੱਚ ਫੈਲ ਚੁੱਕੇ ਹਾਂ। ਇਹ ਸਮੱਸਿਆ ਪੰਜਾਬੀਆਂ ਤੇ ਸਿੱਖਾਂ ਦੀ ਸਾਂਝੀ ਬਣ ਚੁੱਕੀ ਹੈ। ਬਾਹਰ ਗਏ ਸਿੱਖ ਪੰਜਾਬ ਦੇ ਬੋੜ ਦੀਆਂ ਸ਼ਾਖਾਂ ਕਲਮਾਂ ਹਨ, ਉਹ ਵੀ ਗਮਲਿਆਂ ਵਿੱਚ ਲੱਗੀਆਂ। ਉਹਨਾਂ ਨੂੰ ਆਪਣੇ ਖੁਦ ਮੁਖਤਿਆਰ ਰੁੱਖ ਬਣਨ ਦੀ ਲੰਮੀ ਜੱਦੋ-ਜਹਿਦ ਤੇ ਇੰਤਜ਼ਾਰ ਦੀ ਲੋੜ ਹੈ, ਜਿਸ ਦਾ ਅੱਜ ਪੱਕਾ ਅੰਦਾਜ਼ਾ ਕੋਈ ਨਹੀਂ ਲਾਇਆ ਜਾ ਸਕਦਾ ਕਿ ਉਹ ਆਪਣੇ ਇਤਿਹਾਸ,
ਕਲਚਰ ਤੇ ਬੋਲੀ ਨੂੰ ਜਿਉਂਦਿਆਂ ਰੱਖ ਸਕਣਗੇ? ਮੇਰਾ ਜਵਾਬ ਹੈ ਨਹੀਂ, ਕਦੇ ਵੀ ਨਹੀਂ। ਵਿਰੋਧ ਵਿੱਚ ਬੜੇ ਦਮਜਗੇ ਖੜੇ ਹੋਣਗੇ। ਪੁਰਾਣੀ ਲੀਹ ਵਾਂਗ ਸਭ ਫਜ਼ੂਲ। ਬੁਨਿਆਦੀ ਤੇ ਤਾਰੀਖੀ ਸਵਾਲ ਇਹ ਖੜਾ ਹੋ ਗਿਆ ਹੈ, ਪੰਜਾਬ ਨੂੰ ਖੁਰਨੋਂ ਰੋਕ ਸਕਦੇ ਹਾਂ ਜਾਂ ਨਹੀਂ? ਪਾਕਿਸਤਾਨ ਵਿੱਚ ਪੰਜਾਬੀਅਤ ਦਾ ਬਹੁਤ ਵੱਡਾ ਭਾਗ ਚਲਾ ਗਿਆ। ਉੱਥੇ ਪੰਜਾਬੀ ਨੂੰ ਉਰਦੂ, ਅਰਬੀ ਤੇ ਇੱਥੇ ਹਿੰਦੀ ਸੰਸਕ੍ਰਿਤ ਦੇ ਭੂਤ ਚੰਬੜੇ ਹੋਏ ਆ। ਦੋ ਸ਼ੇਰਾਂ ਸਨ ਛੋਟੇ ਹੋਏ ਪੰਜਾਬ ਨੂੰ ਰਿਛ ਬਣੇ ਬਿਨਾਂ ਨਹੀਂ ਬਚਾਇਆ ਜਾ ਸਕਦਾ। ਪਾਕਿਸਤਾਨ ਤੋਂ ਬਚੇ ਪੰਜਾਬ ਨੂੰ ਹਰਿਆਣੇ ਤੇ ਹਿਮਾਚਲ ਨੇ ਬੇਦਰਦੀ ਨਾਲ ਵੱਢਿਆ। ਬ੍ਰਾਹਮਣਵਾਦ ਸਾਡੇ ਲਈ ਕਦੇ ਵੀ ਇਮਾਨਦਾਰ ਨਹੀਂ ਹੋ ਸਕਦਾ, ਪਰ ਪੰਜਾਬੀਅਤ ਦੀ ਜੜ ਤੇ ਤਣਾ ਹਾਲੇ ਗੁਰੂ ਦੇ ਸਿੱਖਾਂ ਆਸਰੇ ਕਾਇਮ ਹੈ। ਇਸ ਨੂੰ ਬਚਾਉਣ ਤੇ ਖੁਸ਼ਹਾਲ ਬਣਾਉਣ ਦੀ ਸਮੱਸਿਆ ਸਾਡੇ ਸਾਹਮਣੇ ਵੱਡੇ ਆਕਾਰ ਬਣ ਵਿੱਚ ਖਲੋਤੀ ਹੈ। ਪੰਜਾਬੋਂ ਬਾਹਰ ਤੇ ਅੰਦਰ ਦੁਸ਼ਮਣ ਸਾਰਿਆਂ ਦੇ ਸਿਰਾਂ ਉੱਤੇ ਕਾਂਸ਼ੀ ਕਰਵਤ ਨਾਲ ਚੀਰ ਪਾਉਣ ਲਈ ਦੰਦੇ ਤਿੱਖੇ ਕਰ ਰਿਹਾ। ਹਿੰਦੂ ਮਨੂ ਸਿਮਰਤੀ ਤੋਂ ਬਾਹਰ ਨਹੀਂ ਜਾ ਸਕਦਾ। ਹੁਣ ਤੱਕ ਤੇ ਨਤੀਜੇ ਇਹੀ ਸਿੱਟੇ ਕੱਢਦੇ ਆਏ ਹਨ। ਹਜ਼ਾਰਾਂ ਵਰ੍ਹੇ ਦੀ ਗੁਲਾਮੀ ਨੇ ਇਸ ਨੂੰ ਬਦਲਾ ਲੈਣ ਲਈ ਹੋਰ ਜ਼ਹਿਰੀਲਾ ਕਰ ਦਿੱਤਾ। ਬ੍ਰਾਹਮਣ ਵਿੱਚੋਂ ਉੱਚਤਮ ਦਾ ਭੂਤ ਨਿਕਲ ਨਹੀਂ ਸਕਦਾ। ਫਿਰਕੂਵਾਦ ਹੋਰ ਵਧੇਗਾ। ਢੋਲ ਦੀ ਗੜਗੱਜ ਅੱਗੇ ਨਫੀਰੀ ਦੀ ਆਵਾਜ਼ ਕੀ ਅਹਿਮੀਅਤ ਰੱਖਦੀ ਹੈ? ਸੋ ਪਰਦੇਸੀ ਭਰਾਓ, ਬਚਾਅ ਦੀ ਸੂਰਤ ਇਹੀ ਬਣਦੀ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਦਿੱਤਾ ਜਾਵੇ। ਸਾਂਝੇ ਕੌਮੀ ਹਿੱਤਾਂ ਦੀ ਰਖਵਾਲੀ ਦੀ ਸਾਂਝੀ ਜਥੇਬੰਦੀ ਉਸਾਰੀ ਜਾਵੇ। ਤਾਕਤ ਨੂੰ ਤਾਕਤ ਢਾਉਂਦੀ ਹੈ ਤੇ ਸੋਚ ਨੂੰ ਸੋਚ ਕਾਟ ਕਰਦੀ ਹੈ। ਭੂਤਰੇ ਬ੍ਰਾਹਮਣਵਾਦ ਨੂੰ ਘੱਟ ਗਿਣਤੀਆਂ ਨੂੰ ਮਾਰਨ ਦਾ ਮੂੰਹ ਪੈ ਗਿਆ, ਕਿਉਂਕਿ ਪਿੱਠ ਉੱਤੇ ਆਪਣੀ ਸਰਕਾਰ ਹੈ। ਕਿਉਂਕਿ ਕੇਂਦਰ ਵਿੱਚ ਸਰਕਾਰ ਭੂਤਰਵਾਦ ਦੀਆਂ ਵੋਟਾਂ ਨਾਲ ਬਣੀ ਹੈ। ਇੱਥੇ ਨਿਆਂ ਵੋਟ ਨਾਲ ਵੱਜ ਗਿਆ ਹੈ। ਨਾ ਵੋਟ ਦੀ ਅਹਿਮੀਅਤ ਘਟੇ, ਨਾ ਭੂਤਰਵਾਦ ਨੂੰ ਨੱਥ ਪਵੇ। ਜੇ ਫਿਰਕੂ ਤਾਕਤਾਂ ਨੇ ਗਿਣ ਮਿੱਥ ਕੇ ਸਿੱਖ ਧਰਮ ਦੀਆਂ ਜੜ੍ਹਾਂ ਪੁੱਟਣ ਲਈ ਪੰਜਾਬ ਹੀ ਕਈ ਪੱਖਾਂ ਦੇ ਹਮਲਿਆਂ ਨਾਲ ਖੋਰ ਸੁੱਟਿਆ, ਬਾਹਰ ਗਮਲਿਆਂ ਵਿੱਚ ਲੱਗੀਆਂ ਸਿੱਖ ਵਿਰਾਸਤ ਦੀਆਂ ਕਲਮਾਂ ਥਾਂ ਪਰ ਥਾਂ ਸੁੱਕ ਸੜ ਨਹੀਂ ਜਾਣਗੀਆਂ ਤੇ 20-50 ਸਾਲ ਵਿੱਚ ਈਸਾਈਅਤ ਵਿੱਚ ਜਜ਼ਬ ਨਹੀਂ ਹੋ ਜਾਣਗੀਆਂ। ਗਮਲਿਆਂ ਦੀਆਂ ਕਲਮਾਂ ਨੂੰ ਵੇਲੇ ਸਿਰ ਪਾਣੀ ਖਾਦ ਨਾ ਮਿਲੇ, ਉਹਨਾਂ ਤਾਂ ਉਂਝ ਹੀ ਖਤਮ ਹੋ ਜਾਣਾ ਹੁੰਦਾ ਹੈ। ਜੇ ਕੌਮੀਅਤ ਦੀਆਂ ਜੜ੍ਹਾਂ ਆਪਣੀ ਧਰਤੀ ਵਿੱਚ ਪੱਕੇ ਪੈਰੀ ਨਾ ਲੱਗਣ, ਬਾਹਰਲੀ ਧਰਤੀ ਦਾ ਤਾਂ ਹਵਾ ਪਾਣੀ ਹੀ ਉਸ ਨੂੰ ਰਾਸ ਨਹੀਂ ਆ ਸਕਦਾ। ਜਿਹੜਾ ਪ੍ਰਭਾਵ ਪਾਣੀ ਪਾਵੇਗਾ ਉਸ ਕਲਚਰ ਵਿੱਚ ਸਮਾ ਜਾਣਾ ਕੁਦਰਤੀ ਆਵਸ਼ ਹੈ। ਪਰਦੇਸੀਓ, ਡਾਲਰ ਦੀ ਗੜੇਮਾਰ ਇਉਂ ਅਵੇਸਲੇ ਰਹੇ ਤੁਹਾਡੀ ਕੌਮੀਅਤ ਖਤਮ ਕਰ ਦੇਵੇਗੀ। ਅਸੀਂ ਹਿੰਦੁਸਤਾਨ ਵਿੱਚ ਛੋਟੀ ਘੱਟ ਗਿਣਤੀਆਂ ਤੇ ਪੰਜਾਬ ਵਿੱਚ ਵੀ ਘੱਟ ਗਿਣਤੀ ਕੀਤੇ ਜਾ ਰਹੇ ਹਾਂ। ਜਦੋਂ ਸਾਡੀਆਂ ਜੜ੍ਹਾਂ ਸਾਡੇ ਘਰੋਂ ਹੀ ਉਹ ਖੇੜ ਸੁੱਟੀਆਂ, ਬਾਹਰਲੀ ਕਿਹੜੀ ਧਰਤੀ ਸਾਨੂੰ ਵਧਣ ਫੁੱਲਣ ਲਈ ਥਾਂ ਦੇਵੇਗੀ? ਆਪਣੀ ਬਹਾਲੀ ਬਿਨਾਂ, ਆਪਣੀ ਪੱਕੀ ਤੇ ਮਜ਼ਬੂਤ ਕੌਮੀਅਤ ਬਿਨਾਂ ਤੇ ਆਪਣੇ ਕੇਂਦਰੀ ਕਿਲੇ ਬਿਨਾਂ ਦੁਨੀਆ ਦੇ ਇਤਿਹਾਸ ਨੂੰ ਪੁੱਛ ਲਵੋ, ਉਖੜੀਆਂ ਕੌਮਾਂ ਦਾ ਕੀ ਹਸ਼ਰ ਹੋਇਆ। ਗੁਰਦੁਆਰੇ ਬਹਿ ਕੇ ਸੰਜੀਦਗੀ ਨਾਲ ਅਹਿਸਾਸ ਕਰੋ, ਸਿੱਖ ਧਰਮ ਤੇ ਕੌਮੀਅਤ ਬਚਾਉਣੀ ਹੈ ਜਾਂ ਨਹੀਂ। ਡਾਲਰ ਦੀ ਲਿਸ਼ਕ ਪਹਿਲੋਂ ਅੰਨ੍ਹਿਆ ਕਰੇਗੀ, ਮੁੜ ਬੇਗਾਨੀਆਂ ਸੜਕਾਂ ਉੱਤੇ ਖਾਂਦੇ ਤੁਰੇ ਫਿਰਿਓ। ਮੇਰੀ ਦੁਹਾਈ ਵਿੱਚ ਲਲਕਾਰਵਾਂ ਸੱਚ ਹੈ, ਸੰਭਲੋ, ਹਾਲੇ ਵੇਲਾ ਹੈ। ਆਪਣਾ ਕੌਮੀ ਘਰ ਬਣਾ ਲਓ। ਤੁਹਾਡੀ ਕੌਮੀਅਤ ਅਤੇ ਗੁਰੂ ਦਾ ਨਾਂ ਰਹਿ ਜਾਵੇਗਾ, ਵਰਨਾ ਤੁਮ ਨਾ ਹੋਗੇ, ਤੁਮਾਰੇ ਨਾ ਹੋਗੇ। ਬਾਹਰਲੇ ਪੰਜਾਬੀਓ, ਤੁਹਾਡੇ ਕੋਲ ਪੈਸਾ ਹੈ, ਅਕਲ ਹੈ, ਪੰਜਾਬ ਕੋਲ ਦੋਵੇਂ ਨਹੀਂ ਰਹੀਆਂ। ਸੋ ਅਕਲਾਂ ਵਾਲਿਓ, ਪੰਜਾਬ ਨਾਲ ਜੁੜੇ ਬਿਨਾਂ ਤੁਸੀਂ ਲੱਖ ਕਰੋੜੀ ਵੀ ਸਿਫਰ ਹੋ ਜਾਓਗੇ। ਪੰਜਾਬ ਹੈ ਤਾਂ ਤੁਹਾਡੀ ਹੋਂਦ ਹੈ। ਸੋ ਇਸ ਕੌਮੀ ਹੋਂਦ ਨੂੰ ਕਾਇਮ ਰੱਖਣ ਲਈ ਸੰਸਾਰ ਸਿੱਖ ਸੰਸਥਾ ਖੜੀ ਕਰਕੇ ਹੀ ਮਾਰੋ ਮਾਰ ਕਰਦੇ ਖਤਰਿਆਂ ਨੂੰ ਠੱਲ ਪਾ ਸਕਦੇ ਹੋ। ਇੱਥੇ ਸੂਝਵਾਨ ਅਗਵਾਈ ਹੁੰਦੀ, ਕੌਮ ਦਾ ਦੁਆਲਾ ਨਾ ਨਿਕਲਦਾ। ਇੱਥੋਂ ਦੇ ਡੁੱਬ ਮੋਏ ਕਿਰਦਾਰ ਦਾ ਕੀ ਕਰੀਏ? ਸਿਆਪਾ ਜਿਨ੍ਹਾਂ ਦੀ ਕੋਠੀ ਦਾਣੇ, ਉਹਨਾਂ ਦੇ ਕਮਲੇ ਵੀ ਸਿਆਣੇ। ਜਿੱਥੇ ਭੰਗ ਭੁੱਜਦੀ ਹੋਵੇ ਉੱਥੋਂ ਅਕਲ ਨੱਸ ਜਾਂਦੀ ਹੈ। ਤੁਸੀਂ ਬਾਂਹ ਫੜੋਗੇ ਤਾਂ ਪੰਜਾਬ ਉੱਠ ਖਲੋਵੇਗਾ, ਵਰਨਾ ਅਰਥੀ ਸਿਵਿਆਂ ਦੀ ਰਾਹ ਵੇਖ ਰਹੀ ਹੈ। ਸੋ ਇਸ ਸੰਸਥਾ ਦੀਆਂ ਸ਼ਾਖਾਂ ਹਰ ਦੇਸ਼ ਜਿੱਥੇ ਸਿੱਖ ਹਨ, ਬਣਾਓ ਤੇ ਬਚਾਓ ਦੇ ਕਾਜ ਨੂੰ ਅੱਗੇ ਰੱਖੋ।
ਪੰਜਾਬ ਵਿੱਚ ਅਣਖ ਤੇ ਸੂਝ ਹੁੰਦੀ, ਇੰਨੇ ਖੁਆਰ ਨਾ ਹੁੰਦੇ। ਹਾਰ ਕੇ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ। ਬਾਹਰਲੇ ਤੇ ਅੰਦਰਲੇ ਭਰਾਵਾਂ ਦੀ ਸਿਰ ਜੋੜ ਜਥੇਬੰਦੀ ਹੀ ਆਖਰੀ ਪੈਂਤੜਾ ਹੈ, ਜਿਹੜਾ ਸਿੱਖ ਹੋਂਦ ਨੂੰ ਬਚਾ ਸਕਦਾ ਹੈ, ਕਾਇਮ ਕਰ ਸਕਦਾ ਹੈ। ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਕੌਮੀ ਘਰ ਬਿਨਾਂ ਗੁਰੂ ਸਿਧਾਂਤ ਨਹੀਂ ਬਚਦਾ, ਤੇ ਗੁਰੂ ਸਿਧਾਂਤ ਬਿਨਾਂ ਅਸੀਂ ਕੁਝ ਵੀ ਨਹੀਂ। ਸਿੱਖ ਸਿਧਾਂਤ ਸਰਬੱਤ ਦੇ ਭਲੇ ਦਾ ਸਿਧਾਂਤ ਹੈ, ਜਿਹੜਾ ਕੁੱਲ ਮਨੁੱਖਤਾ ਦੇ ਹਿੱਤਾਂ ਦਾ ਅਤ ਨਵੀਨ ਸਾਇੰਸੀ ਕਦਰਾਂ ਕੀਮਤਾਂ ਦੇ ਅਨੁਸਾਰੀ ਸਿਧਾਂਤ ਹੈ। ਹੁਣ ਤੱਕ ਦੇ ਭਲੇ ਦੇ ਸਿਧਾਂਤਾਂ ਧਰਮਾਂ ਦਾ ਨਿਚੋੜ ਹੈ। ਇਸ ਨੂੰ ਬ੍ਰਾਹਮਣਵਾਦ ਦਾ ਮਿਥਿਹਾਸ ਬੁਰੀ ਤਰ੍ਹਾਂ ਕੈਂਸਰ ਬਣ ਕੇ ਚੰਬੜਿਆ ਹੈ। ਬ੍ਰਾਹਮਣਵਾਦ ਨੂੰ ਧਰਮ ਸਿਧਾਂਤ ਖਾ ਜਾਣ ਦੀ ਪੁਰਾਣੀ ਵਾਦੀ ਹੈ। ਠੀਕ ਪੈਂਤੜਾ ਇਹੀ ਹੈ, ਹਰ ਦੇਸ਼ ਗਲੀ ਮੁਹੱਲੇ ਗੁਰੂ ਸਿਧਾਂਤ ਨੂੰ ਕੌਮੀ ਮੁੱਖ ਧਾਰਾ ਬਣਾ ਕੇ ਜਥੇਬੰਦੀਆਂ ਦੇ ਕਿਲੇ ਖੜੇ ਕੀਤੇ ਜਾਣ। ਨਾਲ ਦੀ ਨਾਲ ਗੁਰੂ ਸਿਧਾਂਤ ਦਾ ਸਾਹਿਤ ਅਤੇ ਪ੍ਰਚਾਰ ਪਹੁੰਚਦਾ ਕੀਤਾ ਜਾਵੇ। ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭਾਲ ਸਕਦੀ ਸੀ, ਪਰ ਇਹ ਧੜੇਬੰਦੀਆਂ ਨੇ ਮਾਰ ਲਏ। ਇਸ ਪੈਂਤੜੇ ਨੂੰ ਪੰਜਾਬ ਦੀ ਮੁੱਖ ਧਰਤੀ ਵਿੱਚ ਸੋਏ ਬਣਾ ਕੇ ਬੀਜ ਦਿਓ। ਦੁਸ਼ਮਣ ਦੀ ਦਾਤੀ ਆਪੇ ਵੱਢਦੀ ਖੁੰਡੀ ਹੋ ਜਾਵੇਗੀ। ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਜੇ ਸਿਰਾਂ ਦੀਆਂ ਕੁਰਬਾਨੀਆਂ ਦੇ ਕੇ ਵੀ ਬਚਾ ਲਿਆ ਜਾਵੇ, ਗੁਰੂ ਸੌਦਾ ਸਸਤਾ ਹੈ। ਮਾਰਕਸੀ ਆਰਥਿਕ ਲਾਭਾਂ ਨਾਲ ਜ਼ਿੰਦਗੀ ਖੁਸ਼ਹਾਲ ਹੁੰਦੀ ਹੈ, ਪਰ ਗੁਰੂ ਕਿਆ ਨੇ ਮਨੁੱਖਾ ਜ਼ਿੰਦਗੀ ਨੂੰ ਸਾਰਿਆਂ ਪੱਖਾਂ ਤੋਂ ਭਰਪੂਰ ਕਰਨ ਲਈ, ਸਰਬੱਤ ਦੇ ਭਲੇ ਲਈ ਜੱਦੋ ਜਹਿਦ ਕਰਕੇ ਕੁਰਬਾਨੀਆਂ ਦੇ ਕੇ ਝੰਡਾ ਬੁਲੰਦ ਕੀਤਾ ਸੀ। ਇਹ ਗੱਲ ਬਹੁਤ ਵਾਰ ਸਾਫ਼ ਹੋ ਚੁੱਕੀ ਹੈ। ਸਰਬੱਤ ਦੇ ਭਲੇ ਦਾ ਸਿਧਾਂਤ ਨਿਰਾ ਸਿੱਖਾਂ ਵਾਸਤੇ ਨਹੀਂ, ਸਾਰੀ ਮਨੁੱਖਤਾ ਲਈ ਇਕਸਾਰ ਹੈ। ਸਿੱਖ ਤਾਂ ਇਸ ਸਿਧਾਂਤ ਨੂੰ ਲਾਗੂ ਕਰਨ ਵਾਲੀ ਸੁਲਝੀ ਜਮਾਤ ਹੈ। ਸਿੱਖ ਦੀ ਪਰਿਭਾਸ਼ਾ ਸਾਫ਼ ਤਾਂ ਹੋ ਸਕਦੀ ਹੈ, ਪਰ ਦੁਹਰਾ ਦੇਣ ਵਿੱਚ ਹਰਜ ਕੋਈ ਨਹੀਂ। ਦ੍ਰਿੜਤਾ ਹੋਰ ਪੱਕੀ ਹੁੰਦੀ ਹੈ। ਜ਼ਿੰਦਗੀ ਦੀਆਂ ਹਾਂ ਪੱਖੀ ਸਾਰਤਾਵਾਂ ਦਾ ਵਿਸ਼ਵਾਸੀ ਹਰ ਮਨੁੱਖ ਸਿੱਖ ਹੋ ਸਕਦਾ ਹੈ, ਭਾਵੇਂ ਉਹ ਕਿਸੇ ਧਰਮ ਦਾ ਵਿਸ਼ਵਾਸੀ ਹੋਵੇ। ਜਿਹੜਾ ਸਰਬੱਤ ਲਈ ਨੇਕੀ ਦਾ ਫੈਲਾਅ ਚਾਹੁੰਦਾ ਹੈ, ਜ਼ਿੰਦਗੀ ਦਾ ਸ਼ੁਭ ਚਿੰਤਕ ਹੈ, ਪੂਰਨ ਸਿੱਖ ਹੈ। ਅਸਲ ਵਿੱਚ ਮਨੁੱਖਤਾ ਦਾ ਸੇਵਾਦਾਰ ਧਰਮ ਤਾਂ ਇੱਕ ਹੀ ਹੈ, ਪਰ ਵੱਖਰੇ ਵੱਖਰੇ ਧਰਾਤਲਾਂ ਉੱਤੇ ਵੱਖ-ਵੱਖ ਨਾਂ ਪੈ ਗਏ ਹਨ। ਭਾਵਨਾ ਸਭ ਦੀ ਇੱਕੋ ਹੀ ਹੈ। ਜਿਵੇਂ ਸਾਰੇ ਮਨੁੱਖ ਇੱਕ ਹਨ, ਜ਼ਿੰਦਗੀ ਦੇ ਪੱਖਾਂ ਦੀ ਪਛਾਣ ਕਰਵਾਉਣ ਵਾਲਾ ਸਿੱਖ ਅਖਵਾਉਂਦਾ ਹੈ। ਸਿੱਖ ਤਾਂ ਭੁਲੇਖੇ ਦੂਰ ਕਰਨ ਵਾਲਾ ਸੇਵਾਦਾਰ ਹੈ। ਸੋ ਇਹਨਾਂ ਸੇਵਾ ਪੰਥੀਆਂ ਨੂੰ ਤੇ ਇਹਨਾਂ ਦੇ ਗੁਰੂ ਸਿਧਾਂਤ ਨੂੰ ਫਿਰਕੂ ਬ੍ਰਾਹਮਣਵਾਦ ਦੇ ਮਿਥਿਹਾਸ ਤੋਂ ਬਚਾਉਣ ਦੀ ਸਖਤ ਲੋੜ ਹੈ। ਇਸ ਲੋੜ ਨੂੰ ਪੂਰਿਆਂ ਕਰ ਸਕਦੀ ਹੈ ਸੰਸਾਰ ਸਿੱਖ ਸੰਸਥਾ। ਇਹਨਾਂ ਅੰਦਰਲੇ ਬਾਹਰਲੇ ਪੰਜਾਬੀਆਂ ਨਾਲ ਰਿਸ਼ਤਾ ਨੂੰਹ ਮਾਸ ਦਾ ਹੀ ਨਹੀਂ, ਸਰੀਰ ਤੇ ਆਤਮਾ ਦਾ ਹੈ। ਸਰੀਰ ਪੰਜਾਬ ਵਿੱਚ ਵਸਦਾ ਹੈ, ਆਤਮਾ ਬਾਹਰ ਭਟਕਦੀ ਫਿਰਦੀ ਹੈ। ਹਨ ਦੋਵੇਂ ਬੇਕਰਾਰ ਤੇ ਬੇਜ਼ਾਰ, ਪਰ ਜੇ ਇਹਨਾਂ ਦਾ ਤਾਲਮੇਲ ਜੋੜਿਆ ਜਾਵੇ, ਸ਼ਾਂਤ ਖੁਸ਼ਹਾਲੀ ਵੱਲ ਚੜ੍ਹਦੀ ਕਲਾ ਦੀਆਂ ਕਦਮਾਂ ਪੁੱਟੀਆਂ ਜਾ ਸਕਦੀਆਂ ਹਨ। ਇਹ ਸਾਰੇ ਸਕਾਰਤੇ ਕੰਮ ਜਿਹੜੇ ਪੰਜਾਬੀਆਂ ਲਈ ਸਿਆਪੇ ਬਣੇ ਹੋਏ ਹਨ, ਸੰਸਾਰ ਸੰਸਥਾ ਸਹਿਜੇ ਹੀ ਪਿਆਰ ਮਿਲਵਰਤਨ ਤੇ ਸੂਝ ਨਾਲ ਹੱਲ ਕਰ ਸਕਦੀ ਹੈ। ਇਹੋ ਰਾਹ ਹੈ ਮੁਕਤੀ ਦਾ, ਇਹੋ ਪੈਂਤੜਾ ਹੈ ਆਜ਼ਾਦੀ ਦਾ। ਜਿੰਨੀ ਛੇਤੀ ਪੰਧ ਤੈਅ ਕਰ ਲਵੋਗੇ ਚੰਗਾ ਤੇ ਸਕਾਰਥਾ, ਵਰਨਾ ਦੇਰ ਨਾਲ ਬਹੁਤ ਲਹੂ ਦੇਣਾ ਪਵੇਗਾ। ਵਕਤ ਨੂੰ ਸੰਭਾਲਣਾ ਹੀ ਰਾਜਨੀਤੀ ਹੈ। ਅਸੀਂ ਬਹੁਤ ਪਛੜੇ ਹੋਏ ਹਾਂ, ਇਸ ਲਈ ਤੇਜ਼ ਤੇ ਸੰਜੀਦਾ ਕਦਮਾਂ ਪੁੱਟੀ ਜਾਣਾ। ਇਸ ਵਿੱਚ ਹੀ ਪੰਥ ਤੇ ਪੰਜਾਬ ਦਾ ਭਲਾ ਹੈ। ਸਿੱਖ ਤੇ ਪੰਜਾਬੀ ਦੋ ਨਹੀਂ, ਅਸਲ ਵਿੱਚ ਸਰੀਰ ਤੇ ਆਤਮਾ ਦਾ ਸੰਜੋਗ ਹੈ। ਬਾਬੇ ਨਾਨਕ ਦੇ ਸਿੱਖ ਸ਼ਬਦ ਦੀ ਦੂਰਦਰਸ਼ਤਾ ਬਾਰੇ ਬਲਿਹਾਰੇ ਜਾਈਏ। ਮਨੁੱਖਤਾ ਦੀ ਸੇਵਾ ਲਈ ਪ੍ਰਾਪਤੀਆਂ ਕਰਨ ਵਾਸਤੇ ਉਸਾਰੂ ਗੁਣ ਸਿੱਖਣ ਵਾਲਾ ਸਦਾ ਸਿੱਖ ਅਖਵਾਉਂਦਾ ਹੈ। ਫਿਰ ਗੁਰੂ ਆਸਰੇ ਸਿੱਖ ਦੀਆਂ ਪ੍ਰਾਪਤੀਆਂ ਨੇ ਇੱਕ ਜਮਾਤ ਦਾ ਰੂਪ ਧਾਰ ਲਿਆ। ਸਿੱਖ ਬਹੁਤ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ, ਜਿਸ ਨੂੰ ਵਿਰੋਧੀ ਸ਼ਕਤੀਆਂ ਨੇ ਸੁਕੇੜਾ ਦੇ ਕੇ ਇੱਕ ਕੌਮ ਦੇ ਘੇਰੇ ਵਿੱਚ ਬੰਨ੍ਹ ਦਿੱਤਾ। ਚਲੋ ਹਾਲਾਤ ਦੀ ਮਜਬੂਰੀ ਸਹੀ, ਅਸੀਂ ਘੱਟ ਗਿਣਤੀਆਂ, ਬਹੁ ਗਿਣਤੀ ਫਿਰਕੂ ਹੈ। ਅਸਾਂ ਉਸ ਦੀ ਲੁੱਟ ਤੇ ਕੁੱਟ ਤੋਂ ਗੁਰੂ ਸਿਧਾਂਤ ਨੂੰ ਬਚਾਉਣਾ ਹੈ। ਸਾਡੇ ਗੁਰੂ ਸਿਧਾਂਤ ਨੂੰ ਡੋਬਣ ਤੇ ਖਾਰਨ ਦੇ ਯੋਜਨਾਬੱਧ ਤਰੀਕੇ ਨਾਲ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਸਿੱਖ ਸਿਧਾਂਤ ਹੈ ਨਿੱਜੀ ਸ਼ੁੱਧੀ ਤੋਂ ਲੈ ਕੇ ਸਮੁੱਚੀ ਮਨੁੱਖਤਾ ਦੀ ਕਲਿਆਣ ਤੱਕ ਦਾ ਸਫ਼ਰ। ਇਹ ਗੁਰੂ ਸਿਧਾਂਤ ਬਾਬੇ ਨਾਨਕ ਤੋਂ ਤੁਰਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਆ ਗਿਆ ਹੈ। ਹੁਣ ਇਹ ਸਿਧਾਂਤ ਸਰਬੱਤ ਮਨੁੱਖਤਾ ਦਾ ਸਾਂਝਾ ਤੇ ਕਲਿਆਣਕਾਰੀ ਹੋ ਨਿਬੜਿਆ। ਸਿੱਖ ਸਦਾ ਸਿਖਿਆਰਥੀ ਗੁਰੂ ਗਿਆਨ ਹਾਸਲ ਕਰਕੇ ਮਨੁੱਖਤਾ ਵਿੱਚ ਵੰਡ ਦੇਣ ਵਾਲਾ ਸੰਗਤ ਦਾ ਸੇਵਕ ਹੁੰਦਾ ਹੈ। ਹੁਣ ਤੱਕ ਕੁਰਬਾਨੀ ਦਿੰਦੀ ਆਈ ਸਿੱਖ ਉਮਤ ਨੂੰ ਦੋਹਰੀ ਮਾਰ ਪਈ ਹੈ। ਸਿੱਖ ਸਦਾ ਸੱਚ ਦੀ ਸੂਲੀ ਚੜ੍ਹਦਾ ਆਇਆ ਹੈ। ਹੁਣ ਗੁਰੂ ਗਿਆਨ ਨੂੰ ਮਿਥਿਆਸ ਦੀ ਲੱਗੀ ਮਾਰੂ ਢਾਹ ਕੁਝ ਵਧੇਰੇ ਹੀ ਖਤਰਨਾਕ ਸਾਬਤ ਹੋਈ ਹੈ। ਸੁੱਚੇ ਸੱਚੇ ਤੇ ਖਰੇ ਗੁਰੂ ਸਿਧਾਂਤ ਦੀ ਥਾਂ ਅਸੀਂ ਮਿੱਟੀ ਦੀਆਂ ਮੂਰਤਾਂ ਅਥਵਾ ਅੰਧ ਵਿਸ਼ਵਾਸ ਦੀ ਨਮਾਜ਼ ਨਹੀਂ ਪੜ੍ਹ ਸਕਦੇ। ਇਸ ਅੰਧ ਵਿਸ਼ਵਾਸ ਨੇ 1000 ਸਾਲ ਦੀ ਗੁਲਾਮੀ ਤੋਂ ਕੁਝ ਵੀ ਸਬਕ ਨਹੀਂ ਸਿੱਖਿਆ। ਪੱਥਰ ਯੁੱਗ ਤੋਂ ਤੁਰਿਆ ਆਉਂਦਾ ਅੰਧ ਵਿਸ਼ਵਾਸ ਦੇਖੋ ਯਾਰੋ, ਸਾਇੰਸੀ ਪੱਥਾਂ ਦੇ ਸੁਚੇਤ ਸਿੱਖ ਸਿਧਾਂਤ ਨੂੰ ਜੋਰੀ ਅੰਧ ਵਿਸ਼ਵਾਸ ਪੜਾਉਣਾ ਚਾਹੁੰਦਾ ਹੈ। ਸਾਡੇ ਗੁਰੂਆਂ ਤੇ ਇਤਿਹਾਸ ਸਿਰਜਕ ਸ਼ਹੀਦ ਪੁਰਖਿਆਂ ਘੱਲੂਘਾਰਿਆਂ ਵਿੱਚੋਂ ਦੀ ਲਹੂ ਲੁਹਾਨ ਲੰਘਦਿਆਂ ਗੁਰੂ ਸਿਧਾਂਤ ਨੂੰ ਪਹਿਲ ਦੇ ਆਧਾਰ ਉੱਤੇ ਬਚਾਇਆ। ਚਰਖੜੀਆਂ ਤੇ ਚੜ੍ਹਦਿਆਂ ਵੀ ਸੇਵਾ ਜਾਰੀ ਰੱਖੀ। ਸਿੱਖ ਨੂੰ ਗੁਰੂ ਸਿਧਾਂਤ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਿੱਖ ਸੇਵਾ, ਸੱਚ, ਸਿਦਕ ਤੇ ਸੇਧ ਦੀ ਏਕਤਾ ਦਾ ਮਹਿਕਦਾ ਫੁੱਲ ਹੈ। ਸਿਧਾਂਤ ਆਤਮਾ ਹੈ ਤੇ ਸਿੱਖ ਉਹਦਾ ਸਰੀਰ। ਸੋ ਸਿੱਖ ਸਿਧਾਂਤ ਦੀ ਸੁਰਜੀਤੀ ਬਿਨਾਂ ਅਸੀਂ ਜੀ ਨਹੀਂ ਸਕਦੇ ਤੇ ਸਿਧਾਂਤ ਸਿੱਖ ਬਿਨਾਂ ਮਨੁੱਖਤਾ ਦੀ ਸਫਲੀ ਸੇਵਾ ਨਹੀਂ ਕਰ ਸਕਦਾ। ਇਹਨਾਂ ਵਿੱਚ ਦਰਾੜ ਦੇਣ ਵਾਲਾ ਚਾਣਕੀਆ ਕੁਤਰ ਵਿਧੀਆਂ ਉੱਤੇ ਆ ਗਿਆ ਹੈ। ਗੁਰੂ ਸਿਧਾਂਤ ਰਹੇਗਾ ਤਾਂ ਸਿੱਖੀ ਵਧੇ ਫੁੱਲੇਗੀ। ਗੁਰੂ ਸਿਧਾਂਤ ਨੂੰ ਕਾਇਮ ਦਾਮ ਰੱਖਣ ਲਈ ਸਿੱਖੀ ਕੁਰਬਾਨੀਆਂ ਦਿੰਦੀ ਆਈ ਹੈ। ਆਰੇ ਦੇ ਤਿੱਖੇ ਦੰਦੇ ਅਤੇ ਆਰੰਭੀ ਦੀਆਂ ਧਾਰਾਂ ਇਤਿਹਾਸਕ ਗਵਾਹੀਆਂ ਮੌਜੂਦ ਹਨ। ਸੋ ਇਹ ਰਿਹਾ ਸਿੱਖ ਤੇ ਗੁਰੂ ਸਿਧਾਂਤ ਦਾ ਆਪਸੀ ਅਨਿੱਖੜਵਾਂ ਰਿਸ਼ਤਾ। ਦੁਸ਼ਮਣ ਗੁਰੂ ਸਿਧਾਂਤ ਨੂੰ ਅਰੋਲ ਕਚੋਲੇ ਪਾਉਣਾ ਚਾਹੁੰਦਾ ਹੈ। ਸ਼ੈਤਾਨ ਨੇ ਚੰਗਾ ਕੰਮ ਤਾਂ ਕਰਨਾ ਹੀ ਨਹੀਂ, ਉਹ ਮਨੁੱਖਤਾ ਲਈ ਸਪਸ਼ਟ ਸਿੱਖ ਸੋਚਣੀ ਨੂੰ ਤਾਕਤ ਤੇ ਪ੍ਰਾਪੇ ਗੰਡੇ ਦੇ ਜ਼ੋਰ ਫਿਰਕੂ ਹੋਣ ਦੀ ਦੁਹਾਈ ਦੇ ਰਿਹਾ ਹੈ। ਚੋਰ ਮਚਾਏ ਸ਼ੋਰ। ਦੁਸ਼ਮਣ ਉਲਟੀ ਗੰਗਾ ਵਹਾਉਣ ਲਈ ਪੱਕਾ ਜਨੂਨੀ ਹੋ ਚੁੱਕਾ ਹੈ। ਸਿੱਖ ਇੱਕ ਮੁਕੰਮਲ ਕੌਮ ਹੈ ਜਿਸ ਨੂੰ ਅੰਗਰੇਜ਼ ਸਰਕਾਰ ਨੇ ਮੰਨਿਆ, ਪਰ ਨਹਿਰੂਵਾਦੀਆਂ ਇਸ ਨੂੰ ਰੱਦਿਆ। ਇਤਿਹਾਸ ਸਿੱਖਾਂ ਦੇ ਰਾਜ ਦਾ ਪੱਕਾ ਗਵਾਹ ਹੈ। ਇਸ ਦੀ ਖੁੱਲੀ ਡੁੱਲੀ ਪੰਜਾਬੀ ਬੋਲੀ ਦੁਨੀਆ ਵਿੱਚ 12ਵਾਂ ਸਥਾਨ ਰੱਖਦੀ ਹੈ। ਇਹਦਾ ਸੱਭਿਆਚਾਰ ਸੁਗੰਧੀਆਂ ਵੰਡ ਰਿਹਾ ਹੈ। ਪੰਜਾਬ ਦੀ ਧਰਤ ਇਹਦਾ ਮਾਣ ਸਵੈਮਾਨ ਹੈ। ਸਿੱਖਾਂ ਤੋਂ ਬਿਨਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਆਟੇ ਵਿੱਚ ਲੂਣ ਵੀ ਨਹੀਂ ਹਨ। ਬਾਬੇ ਨਾਨਕ, ਬਾਬਾ ਫਰੀਦ ਤੇ ਸੂਫੀ ਫਕੀਰਾਂ ਪੰਜਾਬੀ ਸਾਹਿਤ ਦਾ ਸਿਰ ਬੁਲੰਦ ਕੀਤਾ। ਦਇਆਨੰਦ ਪੰਜਾਬ ਦੇ ਪਿਆਰ ਦੁੱਧ ਵਿੱਚ ਕਾਂਜੀ ਘੋਲਣ ਲਈ ਗੁਜਰਾਤ ਤੋਂ ਆਇਆ। ਆਰੀਆ ਸਮਾਜ ਰਾਹੀਂ ਹਿੰਦੂ, ਹਿੰਦੀ, ਸੰਸਕ੍ਰਿਤ ਨਾਲ ਜੁੜ ਗਏ। ਮੁਸਲਮਾਨ ਉਰਦੂ, ਅਰਬੀ ਨੂੰ ਪਿਆਰੇ ਹੋ ਗਏ। ਪੰਜਾਬੀ ਬੋਲੀ ਦੀ ਵਿਰਾਸਤ ਕੇਵਲ ਸਿੱਖਾਂ, ਦਲਿਤ ਭਰਾਵਾਂ ਦੇ ਨਾਂ ਹੋ ਗਈ। ਕੁਝ ਗਿਣਤੀ ਦੇ ਹਿੰਦੂ ਤੇ ਮੁਸਲਮਾਨ ਪੰਜਾਬੀ ਨਾਲ ਜੁੜੇ ਰਹਿ ਗਏ। ਬਾਕੀ ਉਲਟੀ ਗੰਗਾ ਪਹਾੜਾਂ ਨੂੰ ਚੜ੍ਹ ਗਈ। ਪੰਜਾਬੀ ਕੌਮੀਅਤ ਦੇ ਅਸਲ ਵਾਰਸ ਸਿੱਖ ਤੇ ਦਲਿਤ ਹੀ ਰਹਿ ਗਏ ਹਨ। ਬਾਕੀਆਂ ਆਪ ਫਰਾਖਤੀ ਦੇ ਦਿੱਤੀ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪ ਵਾਲੇ ਭਰਾਵੋ, ਮੈਂ ਤੁਹਾਡੇ ਦਿਲ ਨਾਲ ਖੁੱਲ੍ਹੀਆਂ ਤੇ ਸੰਜੀਦਾ ਗੱਲਾਂ ਕਰਨਾ ਚਾਹੁੰਦਾ ਹਾਂ। ਸਾਡਾ ਆਪਸੀ ਰਿਸ਼ਤਾ ਸਿੱਖ ਤੇ ਪੰਜਾਬੀ ਭਾਈਚਾਰੇ ਕਾਰਨ ਕੌਮੀ ਵੀ ਹੈ। ਭਾਈਚਾਰੇ ਕਾਰਨ ਦੁੱਖ ਸੁੱਖ ਦੀ ਸਾਂਝ ਵੀ ਬਣਦੀ ਹੈ। ਸਰਬੱਤ ਦੇ ਭਲੇ ਦਾ ਗੁਰੂ ਸਿਧਾਂਤ ਸਾਨੂੰ ਹੋਰ ਨੇੜੇ ਜੋੜਦਾ ਹੈ। ਸਾਡੇ ਵਿਚਕਾਰ ਬਾਬਾ ਨਾਨਕ ਦਾ ਨਾਮ ਅਤੇ ਗੁਰੂ ਗੋਬਿੰਦ ਸਿੰਘ ਦੀ ਸਿੰਘਤਾ ਇਤਿਹਾਸਕ ਗਵਾਹੀ ਭਰਦੀ ਹੈ। ਅਸੀਂ ਦੋਵੇਂ ਧਿਰਾਂ ਗੁਰੂ ਸਿਧਾਂਤ ਤੋਂ ਭੱਜ ਕੇ ਕਿਤੇ ਨਹੀਂ ਜਾ ਸਕਦੇ। ਗੁਰੂ ਸਿਧਾਂਤ ਦੀ ਅਗਵਾਈ ਸਾਡਾ ਈਮਾਨ ਹੈ। ਇਹ ਸਾਂਝਾਂ ਸਾਡੇ ਖੱਬੇ ਸੱਜੇ ਨੂੰ ਜੋੜਦੀਆਂ। ਇਉਂ ਗੱਲ ਕਰਨ ਦੀ ਖੁੱਲ੍ਹ ਲੈਂਦਾ। ਤੁਸੀਂ ਰੋਟੀ ਦੀ ਭਾਲ ਵਿੱਚ ਪਰਦੇਸ ਗਏ, ਗੁਰੂ ਨੇ ਬਰਕਤ ਦਿੱਤੀ, ਮਾਲਾ ਮਾਲ ਵੀ ਹੋ ਗਏ। ਤੁਹਾਡੀ ਸੁੱਚੀ ਮਿਹਨਤ ਨੂੰ ਨਮਸਕਾਰ। ਮੈਂ ਨਿੱਜੀ ਗੱਲ ਨਹੀਂ ਕਰਨਾ ਚਾਹੁੰਦਾ। ਨਿੱਜੀ ਰੋਣੇ ਕਦੇ ਨਹੀਂ ਮੁੱਕੇ। ਗੁਰੂ ਦੇ ਆਦੇਸ਼ ਅਨੁਸਾਰ ਸਰਬੱਤ ਦੀ ਕਲਿਆਣ ਦੀ ਗੱਲ ਕਰਨ ਦਾ ਹੱਕ ਤੁਹਾਡੇ ਕੋਲੋਂ ਮੰਗਦਾ। ਬਹੁਤ ਸਪਸ਼ਟਤਾ ਨਾਲ ਗੁਰੂ ਸਿਧਾਂਤ ਤੇ ਕੌਮੀ ਨਿਗਾਰ ਦੀ ਗੱਲ ਤੁਹਾਡੇ ਨਾਲ ਕਰਨ ਲੱਗਾ ਹੈ। ਮਨ ਭਰਿਆ ਵੀ ਹੈ, ਬੇਚੈਨ ਵੀ ਹੈ, ਗੱਲ ਕਰਨ ਨੂੰ ਰਹਿ ਨਹੀਂ ਸਕਦਾ। ਕੌਮੀ ਨਿਗਾਰ ਇੱਧਰ ਪੰਜਾਬ ਨੂੰ ਹੀ ਨਹੀਂ ਖਾਵੇਗਾ, ਤੁਹਾਡਾ ਬਾਹਰ ਬੈਠਿਆਂ ਦਾ ਵੀ ਕੁਝ ਨਹੀਂ ਛੱਡੇਗਾ। ਮੈਂ ਇਸ ਕਿਆਮਤ ਨੂੰ ਸਾਰਿਆਂ ਉੱਤੇ ਸਾਂਝੀ ਸਮਝਦਾ।
ਮੇਰਾ ਇਹ ਵੀ ਵਿਸ਼ਵਾਸ ਹੈ, ਸਾਂਝੀ ਮੁਸੀਬਤ ਨੂੰ ਸਾਂਝੀ ਤੇ ਸੰਜੀਦਾ ਸੋਚ ਨਾਲ ਅਸੀਂ ਟਾਲ ਵੀ ਸਕਦੇ ਹਾਂ। ਇਹਦੇ ਟਾਲੇ ਲਈ ਸਾਨੂੰ ਸਭ ਤੋਂ ਪਹਿਲਾਂ ਸੋਚ ਵਿਚਾਰ ਲਈ ਸਮਾਂ ਕੱਢਣਾ ਪਵੇਗਾ। ਗੁਰੂ ਦੀ ਕਿਰਪਾ ਤੇ ਮੇਰੀ ਮਿਹਨਤ ਮੈਨੂੰ ਰੋਟੀ ਦੇਈ ਜਾ ਰਹੀ ਹੈ। ਮੈਂ ਪੰਜਾਬ ਦਾ ਸ਼ੁਕਰਗੁਜ਼ਾਰ ਹਾਂ। ਕਿਸੇ ਤਰ੍ਹਾਂ ਦੀ ਵੀ ਕੋਈ ਲਾਲਸਾ ਨਹੀਂ ਰਹੀ। ਉਮਰ ਦੇ ਸਾਹ ਥੋੜੇ ਰਹਿ ਗਏ ਹਨ। ਜੋ ਕੌਮੀ ਖਤਰਾ ਮਹਿਸੂਸ ਕਰ ਰਿਹਾ, ਉਸ ਨੂੰ ਜਾਣ ਤੋਂ ਪਹਿਲਾਂ ਕੌਮ ਅੱਗੇ ਰੱਖਣਾ ਜ਼ਰੂਰੀ ਸਮਝਦਾ। ਇਹ ਵੀ ਮੇਰੀ ਨਿੱਜੀ ਲਾਲਸਾ ਨਹੀਂ, ਪਰ ਜੋ ਕੌਮੀ ਤੌਰ ਤੇ ਮਹਿਸੂਸ ਕਰਦਾ, ਜੇ ਉਸ ਨੂੰ ਭਾਈਚਾਰੇ ਅੱਗੇ ਨਾ ਰੱਖਾਂ ਤਾਂ ਜ਼ਮੀਰ ਦਾ ਦੋਸ਼ੀ ਬਣਦਾ। ਹਰਮਿੰਦਰ ਸੰਧੂ ਨੇ ਜੋਧਪੁਰ ਜੇਲ੍ਹ ਵਿੱਚ ਮੈਨੂੰ ਲਿਖਿਆ ਸੀ, ਤੁਸੀਂ ਚੁੱਪ ਬੈਠੇ ਹੋ, ਭਾਣੇ ਸਿੱਖ ਕੌਮ ਦੇ ਸਿਰ ਤੋਂ ਲੰਘ ਰਿਹਾ। ਇਹ ਗੱਲ ਉਸ ਪੰਜਾਬ ਦੇ ਦੜ ਵੱਟੀ ਬੈਠੇ ਸਾਰੇ ਲੇਖਕਾਂ ਨੂੰ ਆਖੀ ਸੀ। ਮੇਰਾ ਦੋਸਤ ਸੀ। ਮੇਰੇ ਅੰਦਰਲਾ ਜ਼ਖਮ ਪੀੜ ਕੁਰਲਾ ਉੱਠਿਆ। ਉਹੀ ਪੀੜ ਅੱਜ ਮੈਂ ਕੌਮ ਦੇ ਹਰ ਬਸ਼ਰ ਵਿੱਚ ਵੰਡਣ ਲਈ ਮਜਬੂਰ ਹੋ ਗਿਆ। ਮਾਫ ਕਰਨਾ, ਜੋ ਕੁਝ ਕਿਸੇ ਕੋਲ ਹੁੰਦਾ ਹੈ ਉਹ ਉਹੀ ਦੇ ਸਕਦਾ ਹੈ। ਜੇ ਦਾਸ ਤਾਂ ਦਿਲ ਕੇ ਆਂਬਲੇ ਕਹੇਂਗੇ। ਤੁਹਾਡੇ ਵਾਂਗ ਕਦੇ ਯਹੂਦੀ ਵੀ ਨੰਗ ਭੁੱਖ ਦੇ ਘਰ ਫਲਸਤੀਨ ਵਿੱਚੋਂ ਨਿਕਲੇ ਸਨ। ਵਪਾਰੀ ਲੋਕ ਸਨ, ਬੜਾ ਧਨ ਕਮਾਇਆ। ਫੇਟੀ ਆ ਪਈ ਦੂਜੀ ਸੰਸਾਰ ਜੰਗ ਵਿੱਚ। ਹਿਟਲਰ ਡਿਕਟੇਟਰ ਨੇ ਲੱਖਾਂ ਹੀ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਧੱਕ ਕੇ ਮਾਰ ਸੁੱਟਿਆ। ਮੂਸਾ ਦੀ ਉਮਤ ਨੇ ਮਹਿਸੂਸ ਕੀਤਾ, ਹੁਣ ਨਹੀਂ ਬਚਦੇ। ਪਰ ਕੁਦਰਤ ਕਾਰਸਾਜ਼ ਜੰਗ ਦਾ ਪਾਸਾ ਪਲਟ ਗਿਆ। ਹਿਟਲਰ ਨੇ ਆਪਣੀ ਸੱਜਰੀ ਘਰਵਾਲੀ ਈਵਾ ਬਰਾਊਨ ਨਾਲ ਤਹਿਖਾਨੇ ਵਿੱਚ ਖੁਦਕੁਸ਼ੀ ਕਰ ਲਈ। ਥਾਂ ਥਾਂ ਦੇਸਾਂ ਪਰਦੇਸਾਂ ਵਿੱਚ ਖਿਲਰੇ ਯਹੂਦੀ ਲਾਣੇ ਨੇ ਖੁਦਾ ਦਾ ਸ਼ੁਕਰ ਮਨਾਇਆ। ਉਹਨਾਂ ਵਿੱਚੋਂ ਸੰਜੀਦਾ ਸੋਚ ਵਾਲੇ ਯਹੂਦੀ ਇਕੱਤਰ ਹੋਏ ਅਤੇ ਸੋਚਣ ਲੱਗੇ, ਸਾਡੇ ਨਾਲ ਇੰਨੀ ਕਤਲਾਮ ਨਹੀਂ, ਭੈੜੀ ਗਾਰਤਗਰੀ ਕਿਉਂ? ਜਿਸ ਹਾਲਤ ਵਿੱਚ ਅਸੀਂ ਵਿਖਰੇ ਹਾਂ, ਅਜਿਹੀ ਕਿਆਮਤ ਫਿਰ ਵੀ ਵਾਪਰ ਸਕਦੀ ਹੈ। ਸਵਾਲ ਹੈ, ਕਿਉਂ ਵਾਪਰੀ? ਸਾਡਾ ਗੁਨਾਹ, ਕਿਉਂਕਿ ਸਾਡਾ ਕੌਮੀ ਘਰ ਕੋਈ ਨਹੀਂ ਸੀ, ਸਾਡੀ ਸਰਕਾਰ ਕੋਈ ਨਹੀਂ ਸੀ। ਅਸੀਂ ਉਹ ਰੁੱਖ ਹਾਂ ਜਿਹੜਾ ਅੱਧੀ ਦੁਨੀਆ ਵਿੱਚ ਤਾਂ ਫੈਲਿਆ ਹੈ, ਪਰ ਉਸ ਦੀਆਂ ਜੜ੍ਹਾਂ ਕਿਤੇ ਨਹੀਂ। ਸਾਡੀ ਸਰਕਾਰ ਹੁੰਦੀ, ਕੋਈ ਵਵੇਲਾ ਕਰਦੀ, ਅਸੀਂ ਬੇਯਾਰ ਮਦਦਗਾਰ ਮਾਰੇ ਗਏ। ਇਉਂ ਰਹੇ ਤਾਂ ਮੂਸਾ ਦੀ ਉਮਤ ਖਤਮ ਹੋ ਜਾਵੇਗੀ। ਵਿਚਾਰਾਂ ਹੋਰ ਗੰਭੀਰ ਹੁੰਦੀਆਂ ਗਈਆਂ। ਸਾਰਿਆਂ ਨੂੰ ਕੌਮੀ ਬਚਾਅ ਦੀ ਫਿਕਰ ਪਈ ਹੋਈ ਸੀ। ਅਸੀਂ ਇੰਨੀ ਬੇਰਹਿਮੀ ਨਾਲ ਲੱਖਾਂ ਦੀ ਗਿਣਤੀ ਵਿੱਚ ਕਦੇ ਨਾ ਮਰਦੇ। ਜੇ ਸਾਡਾ ਕੌਮੀ ਘਰ ਹੁੰਦਾ, ਸਾਡੀ ਕੋਈ ਆਪਣੀ ਸਰਕਾਰ ਹੁੰਦੀ, ਖਿੱਲਰ ਕੇ ਅਸਾਂ ਧਨ ਜ਼ਰੂਰ ਕਮਾਇਆ, ਪਰ ਰਾਜ ਸ਼ਕਤੀ ਅਸਲੋਂ ਗਵਾ ਲਈ। ਬਸ ਕੌਮੀ ਘਰ ਬਿਨਾਂ ਰਾਜ ਸ਼ਕਤੀ ਨਹੀਂ। ਆਪਣਾ ਘਰ ਤੇ ਰਾਜ ਸ਼ਕਤੀ ਬਿਨਾਂ ਅਸੀਂ ਮੂਸਾ ਦੀ ਉਮਤ ਨਹੀਂ ਬਚਾ ਸਕਦੇ। ਨਾਜ਼ੀ ਹਿਟਲਰ ਵਰਗੀ ਇੱਕ ਮਾਰ ਹੋਰ ਪੈ ਗਈ, ਖਤਮ ਹੋ ਜਾਵਾਂਗੇ। ਚਾਹੇ ਕਿਵੇਂ ਕਰੋ, ਆਪਣਾ ਕੌਮੀ ਘਰ ਤੇ ਸਰਕਾਰ ਪਹਿਲਾਂ ਪੈਦਾ ਕਰੋ। ਬਚਾਅ ਦੀ ਹੋਰ ਕੋਈ ਸੂਰਤ ਨਹੀਂ। ਮੈਂ ਬਜ਼ੁਰਗ ਦੀ ਤਜਵੀਜ਼ ਨਾਲ 100% ਸਹਿਮਤ ਹਾਂ, ਪਰ ਕੌਮੀ ਘਰ ਬਣਾਓਗੇ ਕਿੱਥੇ? ਅਸੀਂ ਤਾਂ ਅਜਿਹੀ ਕਹਿਰ ਮਾਰ ਬਾਰੇ ਸੋਚਿਆ ਹੀ ਨਹੀਂ ਸੀ। ਪੈਸਾ ਕਮਾਉਣ ਦੀ ਦੌੜ ਵਿੱਚ ਪਾਗਲ ਹੋਏ ਰਹੇ। ਸਾਡੇ ਉੱਤੇ ਮੁਸੀਬਤਾਂ ਦੇ ਪਹਾੜ ਟੁੱਟਦੇ ਹੀ ਰਹੇ ਹਨ। ਮਿਸਰ ਦੇ ਨਿਕਾਸ ਤੋਂ ਲੈ ਕੇ ਵੀਰਾਨਿਆਂ ਵਿੱਚ ਮਾਰੇ ਪਾਉਂਦੇ ਰਹੇ ਹਾਂ, ਪਰ ਹਜ਼ਰਤ ਮੂਸਾ ਦੀ ਮਿਹਰਬਾਨੀ ਨਾਲ ਸਾਡਾ ਸਿਰੜ ਹਾਰ ਮੰਨਣ ਵਾਲਾ ਨਹੀਂ। ਹੌਸਲਾ ਬੁਲੰਦ ਰੱਖੋ। ਸਾਡਾ ਕੌਮੀ ਘਰ ਹੋਵੇਗਾ ਫਲਸਤੀਨ ਵਿੱਚ, ਜਿੱਥੇ ਤੂਰ ਪਹਾੜ ਉੱਤੇ ਖੁਦਾਈ ਨੂਰ ਨੇ ਮੂਸਾ ਨੂੰ 10 ਪੱਕੇ ਅਸੂਲ ਦਿੱਤੇ ਸਨ। ਬਿਲਕੁਲ ਪੱਕਾ ਸਾਡਾ ਜੱਦੀ ਘਰ ਫਲਸਤੀਨ ਵਿੱਚ ਹੀ ਹੋ ਸਕਦਾ ਹੈ, ਪਰ ਉੱਥੇ ਤਾਂ ਅਰਬਾਂ ਦਾ ਕਬਜ਼ਾ ਹੈ। ਭਾਵੇਂ ਜੱਦੀ ਪੁਸ਼ਤੀ ਅਸੀਂ ਅੱਜ ਵੀ ਉੱਥੋਂ ਦੇ ਵਸਨੀਕ ਹਾਂ, ਪਰ ਘੱਟ ਗਿਣਤੀ ਵਿੱਚ ਹਾਂ। ਕੁਰਬਾਨੀ ਕਰੇ ਬਿਨਾਂ ਆਪਣਾ ਘਰ ਨਹੀਂ ਬਣਾਇਆ ਜਾਣਾ। ਦੇਸ਼ਾਂ ਪਰਦੇਸ਼ਾਂ ਵਿੱਚ ਖੁਆਰ ਹੋ ਕੇ ਮਰਨ ਨਾਲੋਂ ਆਪਣੇ ਘਰ ਲਈ ਮਰਨਾ 1000 ਦਰਜੇ ਬਿਹਤਰ ਹੈ। ਇਸ ਤਰ੍ਹਾਂ ਅਸੀਂ ਮੂਸਾ ਦੀ ਉਮਤ ਤੇ ਵਿਰਾਸਤ ਨੂੰ ਬਚਾ ਸਕਾਂਗੇ। ਅਸੀਂ ਸੰਸਾਰ ਪੱਧਰ ਦੀ ਇੱਕ ਸੰਸਥਾ ਬਣਾਈਏ, ਉਹਦੇ ਵੱਲੋਂ ਦੁਨੀਆ ਭਰ ਦੇ ਯਹੂਦੀਆਂ ਨੂੰ ਅਪੀਲ ਨਹੀਂ, ਆਦੇਸ਼ ਦਈਏ, ਆਪਣਾ ਕੌਮੀ ਘਰ ਸਥਾਪਿਤ ਕਰਨ ਲਈ ਫਲਸਤੀਨ ਚੱਲੋ। ਇਸ ਤਰ੍ਹਾਂ ਅਸੀਂ ਮੂਸਾ ਦੀ ਉਮਤ ਵਾਲੇ ਟੁਕੜੇ ਵਿੱਚ ਬਹੁ ਗਿਣਤੀ ਕਰੀਏ। ਫਲਸਤੀਨ ਵਿੱਚ ਆਏ ਸ਼ਰਨਾਰਥੀ ਯਹੂਦੀਆਂ ਨੂੰ ਅਸੀਂ ਹਰ ਤਰ੍ਹਾਂ ਦੀ ਸਹਾਇਤਾ ਦਈਏ। ਅਰਬ ਖਰੂਦੀਆਂ ਦੀ ਤੰਗੇੜ ਤੋਂ ਬਚਾਉਣ ਲਈ ਹਥਿਆਰਬੰਦ ਦਸਤੇ ਤਿਆਰ ਕਰੀਏ। ਹਥਿਆਰਾਂ ਦੀ ਸਹਾਇਤਾ ਸਾਡੇ ਅਮਰੀਕੀ ਭਰਾ ਕਰਨਗੇ। ਆਪਣਾ ਕੌਮੀ ਘਰ ਬਣਾਉਣ ਲਈ ਮੁਸੀਬਤਾਂ ਨਾਲ ਲੜੇ ਬਿਨਾਂ
ਅਸੀਂ ਸੁਰਖਰੂ ਨਹੀਂ ਹੋ ਸਕਦੇ। ਇਸ ਤਰ੍ਹਾਂ ਕਰਨ ਲਈ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾਈਆਂ। ਪ੍ਰਚਾਰ ਕਮੇਟੀ, ਫੰਡ ਉਗਰਾਊ ਕਮੇਟੀ, ਬਚਾਓ ਕਮੇਟੀ ਤੇ ਪ੍ਰਬੰਧ ਕਮੇਟੀ ਖੜੀ ਕਰੀਏ। ਸਾਰੀਆਂ ਦਾ ਤਾਲਮੇਲ ਸੈਂਟਰਲ ਕਮੇਟੀ ਨਾਲ ਰੱਖੀਏ। ਕਿਉਂ ਸਿਸਟੇਮੈਟਿਕ ਤਰੀਕੇ ਨਾਲ ਇੱਕ ਜਾਨ ਇੱਕ ਆਵਾਜ਼ ਹੋ ਕੇ ਜੱਦੋ ਜਹਿਦ ਕਰੀਏ। ਨਵਾਂ ਕੌਮੀ ਘਰ ਪੈਦਾ ਕਰਨ ਲਈ ਹੁਣ ਲੋਹਾ ਗਰਮ ਹੈ, ਨਰੋਈ ਸੱਟ ਲਾਈਏ, ਵਾਰ-ਵਾਰ ਸੱਟਾਂ ਲਾਈਏ। ਦੇਖੋ ਨਵੀਂ ਯੂਨਾਈਟਿਡ ਨੇਸ਼ਨ ਬਣ ਰਹੀ ਹੈ। ਅਮਰੀਕਾ ਉਸਦਾ ਸਰਬਾ ਹੈ। ਅਮਰੀਕਾ ਦੀ ਪਾਰਲੀਮੈਂਟ ਵਿੱਚ ਸਾਡੇ ਮੈਂਬਰ ਸਾਡੇ ਕੌਮੀ ਘਰ ਵਾਲੇ ਕਾਜ ਨੂੰ ਧੱਕਾ ਲਾਉਣ ਤਾਂ ਅਸੀਂ ਲਾਭ ਲੈ ਸਕਦੇ। ਦੋ ਗੱਲਾਂ, ਸੰਜਮ ਹੱਥੋਂ ਛੱਡਣਾ ਨਹੀਂ ਤੇ ਕੁਰਬਾਨੀ ਤੋਂ ਦਰੇਕ ਕਰਨਾ ਨਹੀਂ। ਪਰਦੇਸੀ ਭਰਾਵੋ, ਯਹੂਦੀਆਂ ਅਜਿਹਾ ਪੜੋਲ ਬੰਨਿਆ ਕਿ ਆਪਣੀ ਕਲਿਆਣ ਹਾਸਲ ਕਰ ਲਈ। ਉਹ ਮੂਸਾ ਦੀ ਉਮਤ ਸੀ, ਅਸੀਂ ਗੁਰੂ ਨਾਨਕ ਦੇ ਨਾਮ ਲੇਵਾ ਹਾਂ। ਉਹਨਾਂ ਨੂੰ ਨਾਜ਼ੀਆਂ ਮਾਰਿਆ, ਸਾਨੂੰ ਬ੍ਰਾਹਮਣਵਾਦ ਨੇ ਕੱਟਿਆ ਵੱਢਿਆ। ਇਜ਼ਰਾਈਲਾਂ ਕੁਰਬਾਨੀ ਪੱਖੋਂ ਜਿਹੜਾ ਕਰੈਕਟਰ ਦਿਖਾਇਆ, ਤਾਰੀਖ ਵਿੱਚ ਉਸ ਦੀ ਮਿਸਾਲ ਨਹੀਂ ਮਿਲਦੀ। ਏਕਤਾ, ਕੁਰਬਾਨੀ, ਸਾਇੰਸੀ ਸੋਚ, ਕਮਾਲੋ ਕਮਾਲ। ਇਸ ਦੇ ਉਲਟ ਸਾਡੇ ਵਿੱਚ ਭੈੜ ਹੀ ਭੈੜ। ਗਦਾਰੀ ਕਰਨ ਲੱਗੇ ਝੱਟ ਲਾਉਂਦੇ ਆ। ਆਪੋ ਵਿੱਚ ਲੜਾਈਆਂ ਜ਼ਮੀਨਾਂ ਤੋਂ ਗੁਰਦੁਆਰਿਆਂ ਤੱਕ ਪਹੁੰਚ ਗਈਆਂ। ਨਾ ਅਸੀਂ ਗੁਰੂ ਦੇ, ਨਾ ਸੰਗਤ ਦੇ। ਆਪਣੇ ਨਿੱਜ ਲਈ ਕੁਝ ਵੀ ਕਰਨ ਲਈ ਤਿਆਰ। ਆਗੂ ਮਲਾਹ ਅਨਾੜੀ, ਕੌਮ ਦੀ ਕਿਸ਼ਤੀ ਭੰਵਰ ਵਿੱਚ ਲਿਆ ਸੁੱਟੀ। ਇੱਥੋਂ ਡੁੱਬਾਂਗੇ ਕਿ ਤਰਾਂਗੇ, ਕੋਈ ਕੁਝ ਨਹੀਂ ਕਹਿ ਸਕਦਾ। ਆਓ ਇਜ਼ਰਾਈਲੀ ਭਾਈਆਂ ਵਾਂਗ ਬਹਿ ਕੇ ਸੋਚੀਏ। ਤਾਕਤ ਤੇ ਬਰਕਤ ਮਿਲਣੀ ਹੈ ਸਾਨੂੰ ਗੁਰਬਾਣੀ ਤੋਂ, ਕਿਉਂਕਿ ਸਾਡਾ ਨਿਸ਼ਚਾ ਅੰਤ ਅਖੀਰ ਗੁਰੂ ਗ੍ਰੰਥ ਸਾਹਿਬ ਉੱਤੇ ਹੈ। ਅੱਗੇ ਸ਼ਕਤੀਆਂ ਦਾ ਸੋਮਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਅਤੇ ਸ਼ਹੀਦ ਪੁਰਖਿਆਂ ਦਾ ਲਹੂ ਭਿੱਜਾ ਇਤਿਹਾਸ ਸਾਨੂੰ ਆਵਾਜ਼ਾਂ ਮਾਰ ਰਿਹਾ। ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹੀਰ ਦਾ ਸਿਦਕ ਆਖਦਾ ਸੀ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ। ਗੁੱਸਾ ਨਾ ਕਰਨਾ, ਜੇ ਪੰਜਾਬ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਤੁਹਾਡੀਆਂ ਕਿੱਥੇ ਲੱਗਣਗੀਆਂ। ਤੁਸੀਂ ਇਸ ਹਕੀਕਤ ਨੂੰ ਕਿਉਂ ਨਹੀਂ ਮੰਨਦੇ ਕਿ ਸਿੱਖ ਕੌਮ ਦੋ ਸਰਾਲਾਂ ਸੰਨ ਲਾਈ ਹੈ। ਕਾਂਗਰਸ ਅਤੇ ਭਾਜਪਾ ਦੀਆਂ ਸਿਆਸੀ ਪੁਚਕਾਰੀਆਂ ਦਿਲਬਰੀਆਂ ਨੇ ਹਮੇਸ਼ਾ ਹੀ ਕੌਮ ਨੂੰ ਦਗੇ ਦਿੱਤੇ ਹਨ। ਰਾਜੀਵ ਗਾਂਧੀ ਦੀ ਕਤਲਾਮ ਨਾਲ ਹਜ਼ਾਰਾਂ ਵਿਧਵਾਵਾਂ ਤੇ ਯਤੀਮ ਬੱਚਿਆਂ ਦਾ ਹਾਲ ਸੁਣਿਆ, ਪੜ੍ਹਿਆ ਜਾਂ ਦੇਖਿਆ ਨਹੀਂ ਜਾਂਦਾ। ਰਾਜਨੀਤੀ ਨੇ ਰਹਿਮ ਤੇ ਹਮਦਰਦੀ ਵਾਲਾ ਵਰਕਾ ਡਿਕਸ਼ਨਰੀ ਵਿੱਚੋਂ ਪਾੜ ਛੱਡਿਆ ਹੈ। ਜਿੰਨਾ ਚਿਰ ਅਸੀਂ ਇਹਨਾਂ ਲਈ ਮਰਦੇ ਰਹੇ, ਸ਼ਹੀਦ ਹੁੰਦੇ ਰਹੇ, ਚੰਗੇ ਸੀ। ਅੱਜ ਹੱਕ ਮੰਗ ਲਿਆ ਤਾਂ ਫਿਰਕਾ ਪ੍ਰਸਤ ਤੇ ਅੱਤਵਾਦੀ ਹੋ ਗਏ। ਸਿਆਸਤ ਨੇ ਘੱਲੂ ਘਾਰੇ ਵਰਤਾ ਕੇ ਪਿਛਾਂਹ ਮੁੜ ਕੇ ਕਦੇ ਨਹੀਂ ਵੇਖਿਆ। ਹੋਰ ਕੁਝ ਨਾ ਸਹੀ, ਇਤਿਹਾਸ ਤੋਂ ਸਬਕ ਹੀ ਸਿੱਖ ਲਈਏ। ਆਪਣੇ ਜ਼ਖਮਾਂ ਦੀ ਰੌਸ਼ਨੀ ਵਿੱਚ ਭਵਿੱਖ ਸੁਰੱਖਿਅਤ ਕਰ ਲਈਏ। ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਹੁਣ ਜ਼ਿੰਮੇਵਾਰੀ ਨਾਲ ਦੁਹਰਾਉਂਦਾ ਹਾਂ। ਪੰਜਾਬ ਦੇ ਆਗੂਆਂ ਵਿੱਚ ਨਾ ਗੈਰਤ ਦਾ ਕਣ ਹੈ ਤੇ ਨਾ ਹੀ ਸੋਝ ਦੀ ਚਿਣਗ। ਜਦੋਂ ਪੁੱਛਿਆ ਪਾਰ ਉਤਾਰਾ ਕਿਵੇਂ ਹੋਵੇਗਾ, ਜਵਾਬ ਚੁੱਪ ਤੇ ਨੀਵੀਂ। ਤੁਸੀਂ ਇਹਨਾਂ ਆਇਆਂ ਨੂੰ ਡਾਲਰਾਂ ਤੇ ਪੌਂਡਾਂ ਦੀਆਂ ਪੰਡਾਂ ਬੰਨ ਕੇ ਤੋਰ ਦਿੰਦੇ ਹੋ। ਉਹਨਾਂ ਦੇ ਨਤੀਜੇ ਕਿੱਥੇ ਹੈ? ਹਾਂ, ਤੁਹਾਡੀ ਕਿਰਪਾ ਨਾਲ ਗੁਰਦੁਆਰੇ ਬਹੁਤ ਹੋ ਗਏ। ਹਰ ਸਾਧ ਸੰਤ ਨੇ ਇੱਕ ਗੁਰੂ ਤੋਂ ਬਿਨਾਂ ਆਪਣੀਆਂ ਵੱਖਰੀਆਂ ਦੁਕਾਨਾਂ ਬਹੁਤ ਖੋਲ੍ਹ ਲਈਆਂ। ਇਹ ਘਾਟੇ ਵਾਲਾ ਵਪਾਰ ਨਹੀਂ ਜਿਸ ਵਿੱਚੋਂ ਲੈਣਾ ਹੀ ਲੈਣਾ ਹੈ। ਦੇਣ ਨੂੰ ਤਾਂ ਦੀਵਾਨੀ ਨੇ। ਚੋਰੀਆਂ, ਬਲਾਤਕਾਰੀਆਂ, ਦੱਬਾਂ, ਡਕੈਤੀਆਂ ਤੇ ਕਤਲ ਬਹੁਤ ਵੱਧ ਗਏ। ਇਹਨਾਂ ਨੂੰ ਕਿਹਦਾ ਪ੍ਰਤਾਪ ਮੰਨੋਗੇ? ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜਪ। ਕਤਲ ਕਰਨ ਵਾਲੇ ਤੇ ਕਤਲ ਦੀ ਸਲਾਹ ਦੇਣ ਵਾਲਿਆਂ ਵਿੱਚੋਂ ਵੱਡਾ ਦੋਸ਼ੀ ਕੌਣ ਹੈ? ਜੱਜ ਨੇ ਕਾਤਲ ਨੂੰ ਨਿਸ਼ੰਗ ਛੱਡ ਦਿੱਤਾ, ਪਰ ਕਤਲ ਦੀ ਸਲਾਹ ਤੇ ਸਕੀਮ ਬਣਾਉਣ ਵਾਲੇ ਨੂੰ ਕਦੇ ਬਾਰੀ ਨਹੀਂ ਕੀਤਾ। ਤੁਸਾਂ ਹਜ਼ਾਰਾਂ ਲੱਖਾਂ ਫੰਡ ਦੇਣ ਵਾਲਿਆਂ ਕਦੇ ਖਰਚ ਦਾ ਹਿਸਾਬ ਮੰਗਿਆ, ਕਦੇ ਫੰਡ ਦੇ ਨਤੀਜੇ ਵੇਖੇ? ਸ਼ਾਇਦ ਮੈਂ ਗਲਤ ਹਿਸਾਬ ਪੁੱਛ ਬੈਠਾ ਹਾਂ। ਮੇਰਾ ਫਤਵਾ ਨਹੀਂ, ਖੜਕਵਾਂ ਸੱਚ ਹੈ। ਪੰਜਾਬੀ ਕੌਮੀਅਤ ਦਾ ਗੱਡਾ ਬ੍ਰਾਹਮਣਵਾਦ ਨੇ ਪੰਜਾਬੀਆਂ ਦੀ ਗਦਾਰੀ ਨਾਲ ਦਲਦਲ ਵਿੱਚ ਗਰਕਣ ਲਈ ਲਿਆ ਸੁੱਟਿਆ ਹੈ। ਆਖਰੀ ਤੇ ਬੁਨਿਆਦੀ ਸਵਾਲ ਹੈ, ਇਸ ਨੂੰ ਬਚਾਉਣਾ ਹੈ ਜਾਂ ਗਰਕ ਜਾਣ ਦੇਣਾ ਹੈ? ਇੱਥੋਂ ਦੇ ਪੰਜਾਬੀ ਅਮਲੀ ਲਾਣਾ ਇਹਨੂੰ ਦਲਦਲ ਵਿੱਚੋਂ ਨਹੀਂ ਕੱਢ ਸਕਦੇ। ਤੁਸੀਂ ਨਾਲ ਹਮਲਾ ਮਾਰਨਾ ਹੈ ਜਾਂ ਨਹੀਂ? ਪੰਜਾਬ ਨਾਲ, ਗੁਰੂ ਸਿਧਾਂਤ ਨਾਲ ਤੇ ਸ਼ਹੀਦ ਪੁਰਖਿਆਂ ਦੇ ਇਤਿਹਾਸ ਨਾਲ ਜੇ ਕੋਈ ਸਾਂਝ ਹੈ ਤਾਂ ਮੋਰਚੇ ਤੇ ਆਓ। ਖਦਰਾਣੇ ਦੀ ਢਾਬ ਆਵਾਜ਼ਾਂ ਮਾਰ ਰਹੀ,
ਅੰਦਰਲੇ ਬਾਹਰਲਿਆਂ ਦੀ ਸਾਂਝੀ ਸੋਚ ਤੇ ਸ਼ਕਤੀ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ, ਨਹੀਂ ਹੋਣਾ। ਤੁਹਾਡਾ ਸਤਿਕਾਰ ਹੈ, ਗੁਰ ਭਾਈ ਹੋ, ਪਿਆਰ ਹੈ, ਦਿਲਾਂ ਦੀ ਸਾਂਝ ਵਾਲਾ ਭਾਈਚਾਰਾ ਹੈ, ਪੰਜਾਬੀ ਹਾਂ। ਕਿਤੇ ਗੁੱਸਾ ਗਿਲਾ ਲਿਖਿਆ ਗਿਆ ਹੋਵੇ, ਭਰਾਵਾਂ ਤੋਂ ਖਿਮਾ ਮੰਗਣ ਦਾ ਡਰ ਨਹੀਂ। ਆਪਣੀ ਸੋਚ ਨੂੰ ਨਿਜਤਵ ਤੋਂ ਕੱਢੋ, ਵਿਸ਼ਾਲ ਕੌਮੀ ਘੇਰੇ ਲਈ ਬਾਹਾਂ ਫੈਲਾਓ। ਗੁਰਦੁਆਰਾ ਕਮੇਟੀਆਂ ਉੱਤੇ ਕਬਜ਼ੇ ਲਈ ਜਥੇਦਾਰਾਂ ਦੀ ਕਿਸੇ ਤਰ੍ਹਾਂ ਦੀ ਮਦਦ ਨੂੰ ਪਰਾਂ ਵਗਾਓ। ਆਪਣੀ ਸੰਗਤ ਦੇ ਭਾਈਚਾਰੇ ਨੂੰ ਮੁੱਖ ਰੱਖ ਕੇ ਸੇਵਾ ਨਿਭਾਈ ਚੱਲੋ। ਬਰਾਏ ਮਿਹਰਬਾਨੀ ਬੋਕਾਂ ਨੂੰ ਦਾਣਾ ਪਾਉਣਾ ਬੰਦ ਕਰ ਦਿਓ। ਹਾਲਾਤ ਦਿਨੋਂ ਦਿਨ ਨਾਜ਼ੁਕ ਹੁੰਦੇ ਜਾਂਦੇ ਹਨ। ਅਜ਼ਰਾਈਲਾਂ ਆਪਣੀ ਹੋਣੀ ਤੋਂ ਸਬਕ ਸਿੱਖਿਆ ਤੇ ਕੌਮੀ ਘਰ ਬਣਾ ਕੇ ਬੇਫਿਕਰ ਹੋ ਕੇ ਬਹਿ ਗਏ। ਸਾਡੇ ਨਾਲ ਘੱਟ ਬੁਰੀ ਨਹੀਂ ਹੋਈ। ਸਾਡਾ ਧਰਮ ਮੰਦਰ ਢਾਇਆ, ਪੱਤ ਲਾਹੀ ਤੇ ਆਰਥਿਕ ਪੱਖੋਂ ਹਕੀਰ ਕਰ ਮਾਰਿਆ। ਕਿਸਾਨੀ ਆਤਮ ਘਾਤ ਤੇ ਆ ਗਈ ਹੈ। ਦਿਨੋਂ ਦਿਨ ਨਿਘਾਰ ਵਿੱਚ ਗਰਕੇ ਜਾ ਰਹੇ। ਕੌਮੀ ਘਰ ਬਿਨਾਂ ਕਿਤੇ ਪਨਾਹ ਮਿਲਦੀ ਨਹੀਂ ਦਿਸਦੀ। ਇਤਿਹਾਸਕ ਹੋਣੀਆਂ ਤੋਂ ਆਪਾਂ ਵੀ ਸੁਰੱਖਿਆ ਸਾਂਝ ਸਿੱਖ ਲਈਏ। ਜਿਹੀ ਵਾ ਤੇਹਾ ਓਲਾ ਕਰ ਲਈਏ। ਸਾਡੇ ਕੋਲੋਂ ਸਿਦਕ ਖੁੱਸ ਚੁੱਕਾ ਹੈ ਤੇ ਈਮਾਨ ਸਾਡਾ ਦਾਗਦਾਰ ਹੈ। ਗੁਰੂ ਸਿਧਾਂਤ ਤੋਂ ਅਕਲ ਲੈ ਕੇ ਪੰਨੀ ਨੂੰ ਹੱਥ ਪਾ ਕੇ ਵੀ ਕਿਨਾਰੇ ਚੜ੍ਹ ਸਕਦੇ ਹਾਂ। ਅਸੀਂ ਡੁੱਬਦਿਆਂ ਹੱਥ ਚੁੱਕਿਆ ਹੈ। ਭਰਾਵੋ, ਹੱਥ ਫੜ ਲਵੋ। ਮੈਨੂੰ ਯਕੀਨ ਹੈ ਜੋਟੀ ਕਰਾਮਾਤ ਕਰ ਜਾਵੇਗੀ। ਆਓ ਸੰਸਾਰ ਸਿੱਖ ਸੰਸਥਾ ਦੀ ਬਣਤਰ ਵੱਲ ਆਈਏ। ਸਿੱਖ ਸੰਸਾਰ ਸੰਸਥਾ ਭਾਗ ਪਹਿਲਾ, ਹਵਾਲਾ ਪੁਸਤਕ ਕੌਮੀ ਵਸੀਅਤ, ਲੇਖਕ ਜਸਵੰਤ ਸਿੰਘ ਕੰਵਲ।